ਰੋਜ਼ਾਨਾ ਹੀ ਚੱਲ ਰਹੀ ਲੜੀਵਾਰ ਸ਼ਬਦ ਦੀ ਵਿਚਾਰ ਸਰਵਣ ਕਰਨ ਦੇ ਲਈ ਆਪ ਜੀ ਵਿਸ਼ੇਸ਼ ਤੌਰ ਤੇ ਗੁਰੂ ਸਾਹਿਬ ਦੇ ਪਾਵਨ ਚਰਨਾਂ 'ਚ ਹਾਜ਼ਰੀ ਭਰਦੇ ਹੋ। ਅੱਜ ਵੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਤਰੁੱਠ ਕੇ ਸਾਨੂੰ ਸਾਰਿਆਂ ਨੂੰ ਇਸ ਸੁਭਾਗੇ ਸਮੇਂ ਬਖਸ਼ੇ ਵੀ ਅਸੀਂ ਕੁਝ ਸਮਾਂ ਬੈਠ ਕੇ ਉਸ ਪ੍ਰਮਾਤਮਾ ਦੀ ਕੀਰਤੀ ਨੂੰ ਗਾ ਸਕੀਏ, ਉਸ ਵੱਡੇ ਦੀਆਂ ਵਡਿਆਈਆਂ ਨਾਲ ਜੁੜ ਸਕੀਏ ਜੋ ਸਾਡੇ ਪੁਰਖਾਂ ਜਨਮ ਦਾ ਪ੍ਰਯੋਜਨ ਵੀ ਹੈ, ਜਿਸ ਵਾਸਤੇ ਆਏ ਉਹ ਕਾਰਜ ਅਸੀਂ ਕਰ ਸਕੀਏ। ਔਰ ਜਿਤਨਾ ਵੀ ਸਮਾਂ ਅਸੀਂ ਧਰਮ ਕਮਾਉਣ ਦਾ ਯਤਨ ਕਰਾਂਗੇ, ਮਹਾਰਾਜ ਕਹਿੰਦੇ ਘਾਲਿਆ ਕਿਸੇ ਕਾ ਇੱਕ ਤੇਲ ਨਾ ਗਵਾਈ। ਇਸ ਸਮੇਂ ਦਾ ਹੀ ਲਾਭ ਹੈ ਜਿਹੜਾ ਸਮਾਂ ਉਹਦੀ ਯਾਦ ਦੇ ਅੰਦਰ ਬਤੀਤ ਹੁੰਦਾ ਹੈ। ਆਓ ਸਾਧ ਸੰਗਤ, ਵਿਚਾਰ ਚੱਲ ਰਹੀ ਹੈ ਵਾਰਾਂ ਤੇ ਵਧੇਕ ਬਾਣੀ ਦੇ ਅੰਦਰੋਂ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਾਵਨ ਬਚਨ ਨੇ ਚੱਲ ਰਹੀ ਵਿਚਾਰ ਦੇ ਵਿੱਚੋਂ 6 ਬੰਦਾਂ ਦੀ ਵਿਚਾਰ ਆਪਾਂ ਸਰਵਣ ਕਰ ਚੁੱਕੇ ਹੈ। ਅੱਜ 7ਵੇਂ ਬੰਦ ਤੋਂ ਵਿਚਾਰ ਆਰੰਭ ਕਰਨੀ ਹੈ। ਕੱਲ ਦੇ ਪਾਵਨ ਬੰਦ 'ਚ ਮਹਾਰਾਜ ਨੇ ਕਿਹਾ ਸੀ ਜਿਹਦੇ ਅੰਦਰ ਹਉਮੈ ਦਾ ਜ਼ੋਰ ਹੈ ਨਾ, ਉਹ ਮਾਇਆ ਦਾ ਵੇੜਿਆ ਬੰਦਾ ਸੰਸਾਰ ਤੇ ਵਾਰ-ਵਾਰ ਆਉਂਦਾ, ਉਹ ਝੂਠ ਨਾਲ ਜੁੜ ਜਾਂਦਾ, ਝੂਠਾ ਜਿਹਾ ਜੀਵਨ ਜਿਉ ਕੇ ਸੰਸਾਰ ਤੋਂ ਤੁਰ ਜਾਂਦਾ। ਇੱਕ ਤੇ ਹੁੰਦਾ ਧਰਮ ਕਮਾਉਣਾ, ਇੱਕ ਹੁੰਦਾ ਵੀ ਨਕਲੀ ਜਿਹਾ ਜੀਵਨ ਜਿਉਣਾ, ਐਵੇਂ ਬੇਮਤਲਬੀ ਜੀ ਐਕਟਿੰਗ ਕਰਕੇ ਸੰਸਾਰ ਤੋਂ ਤੁਰ ਜਾਣਾ। ਜੀਵਨ ਚੰਗਾ ਨਹੀਂ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਅੰਦਰ ਹਉਮੈ ਉਹ ਕੂੜ ਦੇ ਨਾਲ ਜੁੜੇ ਹੋਏ ਐਵੇਂ ਬੇਰੁਖਾ ਜਿਹਾ ਜੀਵਨ ਜਿਉ ਕੇ ਸੰਸਾਰ ਤੋਂ ਚਲੇ ਜਾਂਦੇ ਹੈ, ਉਹ ਤੇ ਸਤਿਗੁਰ ਕਾ ਫਰਮਾਇਆ ਮੰਨ ਨਾ ਸਕੀ। ਉਹ ਸਤਿਗੁਰਾਂ ਦੇ ਫਰਮਾਨ ਨੂੰ ਕਦੇ ਵੀ ਨਹੀਂ ਮੰਨਦੇ ਹੈ। ਗੁਰੂ ਸਾਹਿਬ ਦੇ ਹੁਕਮ ਨੂੰ ਉਹ ਪ੍ਰਵਾਨ ਨਹੀਂ ਕਰਦੇ, ਗੁਰੂ ਦੇ ਹੁਕਮ ਲਾਉਂਦੇ। ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁਕਮਨਾਮਾ ਆਉਂਦੇ, ਹੁਕਮ ਹੈ ਗੁਰੂ ਸਾਹਿਬ ਦਾ, ਪਰ ਮੰਨਣ ਵਾਲੇ ਕਿੰਨੇ ਕਿੰਨੇ? ਸਾਰੇ ਤੇ ਉਹਦੇ ਹੁਕਮ ਨੂੰ ਮੰਨਦੇ ਹੀ ਨਹੀਂ ਹੈ। ਸਤਿਗੁਰੂ ਕਾ ਫਰਮਾਇਆ ਮੰਨ ਨਾ ਸਕੇ, ਮੰਨਣ ਵਾਲੇ ਬਹੁਤ ਥੋੜੇ ਹੈ। ਹਾਂ, ਸੁਣਨ ਵਾਲਿਆਂ ਦੀ ਗਿਣਤੀ ਬਹੁਤ ਹੋ ਸਕਦੀ ਹੈ ਤੇ ਮਾਫ ਕਰਨਾ, ਮੰਨਣਗੇ ਵੀ ਉਹ ਜਿਹੜੇ ਸੁਣਨਗੇ। ਕਈ ਤੇ ਆਪ ਜੀ ਵੇਖਦੇ ਹੋ ਕੋਈ ਗੁਰਪੁਰਬ ਹੁੰਦਾ ਹੈ, ਮੱਸਿਆ ਦਾ ਦਿਹਾੜਾ ਹੁੰਦਾ ਹੈ, ਜਾਂ ਕੋਈ ਵੈਸੇ ਵਿਸਾਖੀ ਦਾ ਜੋੜ ਮੇਲਾ, ਬਹੁ ਗਿਣਤੀ 'ਚ ਸੰਗਤ ਹੁੰਦੀ ਤੇ ਹੁਕਮਨਾਮਾ ਸਾਹਿਬ ਹੋ ਰਿਹਾ ਹੁੰਦਾ ਤੇ ਧੱਕੇ ਮਾਰ ਮਾਰ ਕੇ ਮੱਥਾ ਟੇਕ ਰਹੇ ਹੁੰਦੇ ਆ। ਉਹਨਾਂ ਨੂੰ ਪਤਾ ਹੀ ਨਹੀਂ ਅਸੀਂ ਗੁਰਦੁਆਰੇ ਕੀ ਲੈਣਾ ਹੈ। ਜੇ ਕੁਝ ਸੁਣਨਗੇ ਤੇ ਮੰਨਣਗੇ ਤਾਂ ਹੀ, ਜੋ ਸੁਣਿਆ ਹੀ ਨਹੀਂ ਉਹ ਵੀ ਫਾਰਮੈਲਿਟੀ। ਕੋਈ ਤੇ ਇੱਥੇ ਗੁਟਕਾ ਸਾਹਿਬ ਲੈ ਕੇ ਬੈਠ ਜਾਂਦੀ, ਹੋਰ ਵੀ ਨਹੀਂ ਸੁਣਨਾ ਚਾਹੁੰਦੇ। ਉਹ ਜੋ ਧੱਕਾ ਮੁੱਕੀ ਦੇ ਨਾਲ ਮੱਥਾ ਟੇਕ ਕੇ ਉਹ ਆਪਣਾ ਵੀ ਚਲੋ ਜੀ ਮੱਥਾ ਟੇਕਿਆ ਚਲੇ। ਮਹਾਰਾਜ ਕਹਿੰਦੇ ਸਤਿਗੁਰੂ ਦਾ ਫਰਮਾਨ ਨੂੰ ਮੰਨਦੇ ਹੀ ਨਹੀਂ ਹੈ। ਤੇ ਦੁੱਤਰ ਤਰਿਆ ਨਾ ਜਾਏ, ਫਿਰ ਤਰੇਗਾ ਕਿਵੇਂ ਭਵ ਸਾਗਰ ਤੋਂ। ਇਹ ਨਾ ਤਰਿਆ ਜਾਣ ਵਾਲਾ ਸਾਗਰ ਹੈ ਤੇ ਪਤਾ ਵੀ ਇਹ ਸਾਨੂੰ ਰੋਜ਼ ਪੜ੍ਹਦੇ ਵੀ ਹੈ। ਭੋਜਲ ਬਿਖਮ ਅਸਗਾ ਗੁਰ ਸ਼ਬਦੀ ਪਾਰ ਪਾਏ। ਇਹ ਜਿਹੜਾ ਨਾ ਤਰਿਆ ਜਾਣ ਵਾਲਾ ਸੰਸਾਰ ਗੁਰੂ ਦੇ ਸ਼ਬਦ ਦੁਆਰਾ ਅਸੀਂ ਇਹਨੂੰ ਪਾਰ ਕਰਨਾ ਹੈ, ਪਰ ਗੁਰੂ ਕਾ ਫਰਮਾਇਆ ਤਾਂ ਮੰਨ ਨਾ ਸਕੀ। ਸਤਿਗੁਰਾਂ ਨੂੰ ਵੇਖਦੇ ਬਹੁਤ ਨੇ, ਮੰਨਦੇ ਨਹੀਂ ਹੈ। ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡਿਠੇ ਮੁਕਤ ਨਾ ਹੋਵੇ। ਜਿਚਰ ਸ਼ਬਦ ਨਾ ਕਰੇ ਵਿਚਾਰ। ਕੱਲਾ ਅੱਖਾਂ ਨਾਲ ਵੇਖਣ ਨਾਲ ਬਹੁਤਾ ਲਾਭ ਨਹੀਂ। ਲਾਭ ਹੈ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁੱਖ ਦਾਏ। ਜਾਂ ਨੇਤਰੀ ਸਤਿਗੁਰ ਵੇਖਣਾ, ਸਰਵਣੀ ਸੁਣਨਾ ਗੁਰੂ ਨਾਲ, ਉਹ ਲਾਭ ਹੈ। ਪਰ ਅਸਲੀ ਦਰਸ਼ਨ ਹੈ ਗੁਰੂ ਸਾਹਿਬ ਦੇ ਹੁਕਮ ਨੂੰ ਸੁਣਨਾ, ਸਮਝਣਾ ਤੇ ਮੰਨਣਾ। ਚਲੋ ਉਹਨਾਂ ਨੂੰ ਲਾਭ ਹੈ ਜਿਹੜੇ ਘੰਟਾ ਦਾ ਜਿੰਨਾ ਸਮਾਂ ਕਥਾ ਹੁੰਦੀ ਸੁਣਦੇ ਹੈ, ਵਿਚਾਰ ਕੀ ਹੈ, ਕੀ ਹੁਕਮ ਸੀ, ਕੀ ਗੁਰੂ ਸਾਹਿਬ ਨੇ ਕਿਹਾ। ਤੇ ਬਹੁਤੇ ਤੁਹਾਨੂੰ ਮਿਲਣਗੇ ਵੀ ਉਹ ਵੇਖਣਗੇ ਰੁਮਾਲਾ ਸਾਹਿਬ ਕਦੋਂ ਮਹਾਰਾਜ ਤੋਂ ਚੁੱਕਣਾ ਹੈ, ਤੇ ਪਿੱਛੇ ਆੜ ਕੇ ਖੜ ਕੇ ਨੇਤਰਾਂ ਨਾਲ ਦਰਸ਼ਨ ਕਰਕੇ ਹੋ ਜਾਂਦੇ ਹੈ। ਆਪ ਜੀ ਕਿਧਰ ਹਰਿਮੰਦਰ ਸਾਹਿਬ ਤੋਂ ਲਾਈਵ ਚੱਲਦਾ ਹੈ ਨਾ, ਸੰਗਰਾਤ ਹੁੰਦੀ ਹੈ। ਮਹਾਰਾਜ ਦਾ ਹੁਕਮ ਕੀ ਹੈ ਵੀ ਅੱਜ ਨਵਾਂ ਮਹੀਨਾ ਚੜਿਆ, ਮਹਾਰਾਜ ਸਾਰਾ ਮਹੀਨਾ ਕੀ ਕਮਾਉਣ ਵਾਸਤੇ ਸਾਨੂੰ ਉਪਦੇਸ਼ ਦੇ ਰਹੇ, ਉਹ ਕਿਸੇ ਨੇ ਸੁਣਨਾ। ਜਦੋਂ ਸਿੰਘ ਸਾਹਿਬ ਜੀ ਕਹਿੰਦੇ ਨਾ ਫਲਗੁਣ ਆਨੰਦ ਉਹ ਪਾਰ ਜਾਣਾ, ਫਗਣ ਦਾ ਨਾਮ ਆਇਆ, ਸਾਰਿਆਂ ਨੇ ਸਿਰ ਝੁਕਾਏ ਤੇ ਹੁਕਮਨਾਮਾ ਸਾਹਿਬ ਲੈਂਦਿਆਂ ਨੂੰ ਉਹ ਬਾਹਰ ਵੀ ਪ੍ਰਕਰਮਾ ਚੋਂ ਨਿਕਲ ਜਾਂਦੇ ਆ। ਕਹਿੰਦਾ ਬਾਬੂ ਗੁਰੂ ਸਾਹਿਬ ਨੂੰ ਸੁਣਨਾ, ਉਹਨਾਂ ਦਾ ਫਰਮਾਨ ਮੰਨਣਾ। ਗੁਰਮੁਖਕਾਰੂ ਰਾਜੇ ਦਾ ਜਿਹੜਾ ਫਰਮਾਨ ਨਹੀਂ ਮੰਨਦਾ ਨਾ, ਉਹਦੀ ਪ੍ਰਜਾ ਜਿਹੜਾ ਹੁਕਮ ਨਹੀਂ ਮੰਨਦੀ, ਉਹ ਕਹਿੰਦੇ ਆਕੀ ਨੇ, ਬਾਗੀ ਨੇ ਮੇਰੇ ਤੋਂ।
ਤੇ ਮਾਫ ਕਰਨਾ ਜਿਹੜੇ ਗੁਰੂ ਸਾਹਿਬ ਦਾ ਹੁਕਮ ਮੰਨਦੇ ਨੇ, ਗੁਰੂ ਸਾਹਿਬ ਜੀ ਸਮਝਦੇ ਹੋਣਗੇ ਤੇ ਫਾਰਮੈਲਿਟੀ ਹੈ ਤੇ ਬਾਕੀ ਨੇ ਤੇ ਆਕੀ ਨੇ ਗੁਰੂ ਤੋਂ। ਸਤਿਗੁਰ ਕਾ ਫਰਮਾਇਆ ਮੰਨ ਨਾ ਸਕੀ। ਮੈਂ ਕੱਲ ਵਾਲੇ ਸ਼ਬਦ ਦੇ ਇਸ ਕਰਕੇ ਅਰਥ ਕਰ ਰਿਹਾ ਵੀ ਹੁਣ ਮੈਂ ਸ਼ਬਦ ਛੱਡਣਾ ਨਹੀਂ ਚਾਹੁੰਦਾ ਕੋਈ ਵੀ, ਜਿੰਨਾ ਕੋ ਆਪਣੇ ਕੋਲ ਥੋੜੀ ਜਿਹੀ ਵਿਚਾਰ ਬਾਕੀ ਹੈ ਵੀ ਸਾਰੇ ਸੰਖੇਪ ਦਾਸ ਨੇ ਸ਼ਬਦੀ ਵਿਚਾਰ ਆਪ ਜੀਆਂ ਨੇ ਸੁਣੇ ਆ, ਸੰਖੇਪ ਫਿਰ ਅਗਲੇ ਬੰਦ ਦੀ ਆਪਾਂ ਵਿਚਾਰ ਕਰਨੀ ਹੈ। ਮਹਾਰਾਜ ਕਹਿੰਦੇ ਸਾਗਰ ਤਰਿਆ ਨਹੀਂ ਜਾ ਸਕਣ ਵਾਲਾ, ਪਰ ਸ਼ਬਦ ਨਾਲ ਜੁੜਾਂਗੇ ਤਰ ਸਕਦੇ ਅਸੀਂ ਸੰਸਾਰ ਤੋਂ। ਜਿਹੜਾ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਭਾਵੇਂ ਦੱਜੇ, ਜੇ ਇਹਦੇ 'ਚ ਪੈ ਜਾਏਗਾ ਸੜ ਜਾਣਾ ਤੂੰ। ਦੱਜਣਾ ਸੜਨ ਨੂੰ ਕਹਿੰਦੇ ਆ। ਹੰਸ ਹੇਤ ਲੋਭ ਕੋਪ ਦੀਆਂ ਨਦੀਆਂ ਵਗ ਰਹੀਆਂ ਤੇ ਜੇ ਇਹਦੇ 'ਚ ਪੈ ਜਾਏਗਾ ਫਿਰ ਦੱਜੇ ਨਾਨਕਾ ਤਰੀਏ ਚਰਨੀ ਲੱਗ। ਜੇ ਚਰਨਾਂ ਨਾਲ ਜੁੜ ਜਾਏਗਾ ਫਿਰ ਤਰੇਗਾ। ਦੂਤਰ ਤਰਿਆ ਨਾ ਜਾਏ, ਤਰੀਏ ਚਰਨੀ ਲੱਗ। ਚਰਨਾਂ ਨਾਲ ਜੁੜਨਾ ਕੀ ਹੈ? ਚਰਨਾਂ ਨਾਲ। ਚਰਨ ਕੀ ਹੈ? ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਹੀ ਹੈ, ਹੋਰ ਕੋਈ ਚਰਨ ਨਹੀਂ। ਪੀੜਾ ਸਾਹਿਬ ਦੇ ਅਸੀਂ ਉਹ ਨਹੀਂ ਕੁੱਟਨੇ, ਉਹ ਨਹੀਂ ਚਰਨ ਗੁਰੂ ਸਾਹਿਬ ਦੇ। ਸ਼ਬਦ ਹੀ ਸਰੀਰ ਹੈ, ਸ਼ਬਦ ਹੀ ਚਰਨ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ। ਪਕੜ ਦੋ ਪ੍ਰਭ ਪਕੜੋ ਚਰਨ ਗੋਬਿੰਦ ਕੇ ਨਾਨਕ ਪੱਗ ਸਾਰਾ। ਜੇ ਗੋਬਿੰਦ ਦੇ ਚਰਨ ਪਕੜਨੇ ਨੇ, ਚਰਨ ਗੁਰੂ ਦੀ ਸਿੱਖਿਆ ਹੀ ਹੈ। ਚਰਨ ਪਕੜਨੇ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ। ਫਿਰ ਤੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਹ ਬਚਨ ਕਮਾਉਣੇ ਪੈਣੇ। ਫਿਰ ਤੇ ਜਾਗਤ ਜੋਤ ਜਪੇ ਨਿਸ ਬਾਸਰ ਏਕ ਬਿਨਾ ਮਨ ਨੈਕ ਨਾ ਆਨੈ। ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਠ ਭੂਲ ਨਾ। ਆਹੀ ਚਰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ। ਉਹਦੀਆਂ ਸਿੱਖਿਆਵਾਂ ਮਰਿਆਦਾ ਤੇ ਚੱਲਣਾ ਹੀ ਚਰਨ ਪਕੜਨੇ ਆ। ਉਹ ਫਿਰ ਮਾਪ ਜੀਆਂ ਨੂੰ ਯਾਦ ਕਰਾਵਾਂ ਵੀ ਇੱਕ ਪੱਥਰ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੱਥ 'ਚ। ਚਲੋ ਕਈਆਂ ਨੇ ਕਿਹਾ ਮਹਾਰਾਜ ਨੂੰ ਗੋਦਾਵਰੀ 'ਚੋਂ ਉਹ ਪੱਥਰ ਸੁੱਟਿਆ, ਕਈ ਕਹਿੰਦੇ ਬਾਲਟਾ ਸਟੇਜ ਤੇ ਉਹ ਪੱਥਰ ਸੀ ਹੱਥ 'ਚ। ਮਹਾਰਾਜ ਨੇ ਬਾਲਟਾ ਪਾਣੀ ਦਾ ਵਿਖਾ ਕੇ, ਸੰਗਤ ਨੂੰ ਵਿਖਾ ਕੇ ਉਹ ਪੱਥਰ ਆਪਣੇ ਹੱਥੋਂ ਛੱਡਿਆ ਤੇ ਉਹ ਬਾਲਟੀ 'ਚ ਡੁੱਬ ਗਿਆ। ਮਹਾਰਾਜ ਨੇ ਪੁੱਛਿਆ ਸੰਗਤ ਜੀ ਪੱਥਰ ਡੁੱਬ ਗਿਆ? ਮੇਰੇ ਵਰਗਿਆਂ ਨੇ ਕਈਆਂ ਨੇ ਥੱਲੇ ਬੈਠੇ ਹੀ ਕਹਿ ਦਿੱਤਾ ਮਹਾਰਾਜ ਪੱਥਰ ਸੀ ਛੱਡ ਦਿੱਤਾ ਡੁੱਬ ਗਿਆ। ਕਈਆਂ ਨੇ ਵੇਖ ਕੇ ਕਹਿ ਦਿੱਤਾ। ਮਹਾਰਾਜ ਕਹਿੰਦੇ ਕਿਉਂ ਡੁੱਬ ਪਿਆ? ਸਾਰੇ ਕਹਿੰਦੇ ਜੀ ਪੱਥਰ ਡੁੱਬ ਜਾਂਦਾ ਹੈ। ਤੇ ਭਾਈ ਨੰਦ ਲਾਲ ਸਿੰਘ ਨੂੰ ਮਹਾਰਾਜ ਨੇ ਕਿਹਾ ਵੀ 3 ਵਾਰੀ ਅਸੀਂ ਬਚਨ ਕਹੇ ਕਿਉਂ ਡੁੱਬ ਗਿਆ, ਕਿਉਂ ਡੁੱਬ ਗਿਆ। 3 ਵਾਰੀ ਸੰਗਤ ਨੇ ਕਿਹਾ ਜੀ ਮਹਾਰਾਜ ਪੱਥਰ ਸੀ ਤਾਂ ਡੁੱਬ ਗਿਆ, ਤਾਂ ਡੁੱਬ ਗਿਆ। ਨੰਦ ਲਾਲ ਜੀ ਤੁਸੀਂ ਨਹੀਂ ਬੋਲੇ। ਤੇ ਭਾਈ ਨੰਦ ਲਾਲ ਸਿੰਘ ਨੇ ਬੜੇ ਪਿਆਰੇ ਬਚਨ ਕੇ ਕਹਿੰਦੇ ਮਹਾਰਾਜ ਭਾਵੇਂ ਪੱਥਰ ਸੀ, ਜਿੰਨਾ ਚਿਰ ਤੁਹਾਡੇ ਹੱਥ ਸੀ ਉਹ ਕਦੇ ਡੁੱਬਦਾ ਨਹੀਂ। ਬਸ ਮੈਂ ਤੇ ਸਮਝਦਾ ਭਾਵੇਂ ਉਹ ਪੱਥਰ ਸੀ ਉਹਨੇ ਡੁੱਬਣਾ ਨਹੀਂ ਸੀ। ਜੇ ਤੁਸੀਂ ਹੱਥ 'ਚ ਪਗੜੀ ਰੱਖਦੇ ਬਸ ਤੁਹਾਡੇ ਹੱਥ 'ਚੋਂ ਡਿੱਗ ਪਿਆ ਤੇ ਤਾਂ ਡੁੱਬ ਗਿਆ ਹੈ। ਇਹਦਾ ਅਰਥ ਵਿਆਖਿਆ ਪਤਾ ਕੀ ਕੀਤੀ ਭਾਈ ਨੰਦ ਲਾਲ ਸਿੰਘ ਨੇ? ਕਹਿੰਦੇ ਗੁਰੂ ਸਾਹਿਬ ਦੀ ਸਿੱਖਿਆ ਤੇ ਚੱਲੋਗੇ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੱਥਾਂ 'ਚ ਰਹਿਣਾ ਹੈ। ਨਿਤਨੇਮ ਮਰਿਆਦਾ 'ਚ ਚੱਲੋਗੇ, ਕੁਰੈਤਾਂ ਤੋਂ ਬਚੋਗੇ। ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ। ਜਿਹੋ ਜਿਹਾ ਜੀਵਨ ਜਿਉਓਗੇ ਤੇ ਸਮਝ ਲਿਓ ਗੁਰੂ ਸਾਹਿਬ ਦੇ ਹੱਥਾਂ 'ਚੋਂ ਪੱਥਰ ਵਰਗੇ ਵੀ ਹੋਵੋਗੇ, ਕਦੇ ਡੁੱਬੋਗੇ ਨਹੀਂ। ਜਿੱਦਣ ਗੁਰੂ ਸਾਹਿਬ ਦੇ ਹੱਥਾਂ 'ਚੋਂ ਨਿਕਲ ਕੇ ਫਿਰ ਤੁਹਾਨੂੰ ਬਚਾ ਕੋਈ ਨਹੀਂ ਸਕੇਗਾ। ਨਿਤਨੇਮ ਤੋਂ ਆਕੀ ਬਾਗੀ ਹੋ ਜਾਣਾ, ਨੀਂਦ ਨੇ ਆਲਸ ਨੇ ਘੇਰਾ ਪਾਈ ਰੱਖਣਾ। ਇਹ ਗੁਰੂ ਸਾਹਿਬ ਦੇ ਹੱਥਾਂ 'ਚੋਂ ਨਿਕਲਣਾ ਹੈ ਤੇ ਜਿਹੜੇ ਹੱਥਾਂ 'ਚੋਂ ਨਿਕਲ ਕੇ ਫਿਰ ਉਹ ਭਵ ਸਾਗਰ ਕਦੇ ਪਾਰ ਨਹੀਂ ਹੋ ਕਰ ਸਕਣਗੇ, ਭਾਵੇਂ ਪੱਥਰ ਵਰਗੇ ਵੀ ਕਿਉਂ ਨਾ ਹੋ। ਜਿਹੜਾ ਦੂਤਰ ਤਰਿਆ ਨਾ ਜਾਏ, ਸਤਿਗੁਰੂ ਕਾ ਫਰਮਾਇਆ ਮੰਨ ਨਾ ਸਕੀ। ਗੁਰੂ ਦੇ ਹੱਥਾਂ 'ਚ ਰਹਿਣਾ, ਗੁਰੂ ਦੀਆਂ ਸਿੱਖਿਆਵਾਂ ਤੇ ਚੱਲਣਾ, ਮਰਿਆਦਾ ਅਨੁਸਾਰ ਜੀਵਨ ਜਿਉਣਾ। ਅਗਲੇ ਬਚਨ ਨੇ ਨਦਰ ਕਰੇ ਜਿਸ ਆਪਣੀ, ਜਿਹਦੇ ਤੋਂ ਮਿਹਰ ਭਰੀ ਨਜ਼ਰ। ਵੈਸੇ ਉਹਦੀ ਨਜ਼ਰ ਸਾਰਿਆਂ ਤੇ ਹੀ ਹੈ। ਕੋਈ ਮਤ ਸੋਚੇ ਬਹੁਤੇ ਲੋਕ ਤੁਹਾਨੂੰ ਮਿਲ ਜਾਣਗੇ ਕਹਿੰਦੇ ਪਤਾ ਨਹੀਂ ਮੈਂ ਰੱਬ ਦਾ ਕੀ ਗਵਾਇਆ ਸੀ, ਮੇਰੇ ਨਾਲ ਰੱਬ ਨੇ ਕੁਝ। ਰੱਬ ਕਿਸੇ ਦਾ ਕਦੇ ਨੁਕਸਾਨ ਨਹੀਂ ਜੇ ਕਰਦਾ। ਇਹ ਗੱਲ ਸਾਨੂੰ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ। ਰੱਬ ਦੀ ਨਜ਼ਰ ਸਾਰਿਆਂ ਤੇ ਹੀ ਹੈ। ਹਾਂ ਕਈ ਨਜ਼ਰ ਉਪੱਠੀ ਜ਼ਰੂਰ ਕਰਵਾ ਲੈਂਦੇ ਆ, ਭਾਵ ਕਿ ਕਰਮ ਉਹਨਾਂ ਦੇ ਚੰਗੇ ਨਹੀਂ। ਮਾਂ ਪਿਓ ਹੈ, ਬੱਚੇ ਹੈ, ਬੱਚਿਆਂ ਨਾਲ ਤੇ ਸਾਰਿਆਂ ਨਾਲ ਹੀ ਮਾਂ ਪਿਓ ਇੱਕੋ ਜਿਹਾ ਪਿਆਰ ਕਰਦੇ। ਪਰ ਕਈ ਬੱਚਿਆਂ ਨੂੰ ਮਾਂ ਪਿਓ ਗੁਰੂ ਹਰਿ ਰਾਏ ਮਹਾਰਾਜ ਦੇ 2 ਪੁੱਤਰ ਸਨ, ਬਾਬਾ ਰਾਮ ਰਾਏ ਤੇ ਗੁਰੂ ਹਰਕ੍ਰਿਸ਼ਨ ਮਹਾਰਾਜ। ਗੁਰੂ ਹਰਕ੍ਰਿਸ਼ਨ ਮਹਾਰਾਜ ਨੂੰ ਗਲ ਲਾ ਕੇ ਰੱਖਦੇ ਸਨ ਮਹਾਰਾਜ ਤੇ ਗੁਰਤਾ ਗੱਦੀ ਵੀ ਦਿੱਤੀ। ਰਾਮ ਰਾਏ ਨੂੰ ਕਿਹਾ ਸੀ ਵੀ ਤੂੰ ਸਾਡੇ ਮੱਥੇ ਨਾ ਲੱਗੀ। ਇੱਕ ਤੇ ਮਿਹਰ ਭਰੀ ਨਜ਼ਰ ਹੈ, ਇੱਕ ਨਜ਼ਰ ਤੋਂ ਆਕੀ ਹੋ ਗਿਆ। ਤੇ ਫਿਰ ਅਸੀਂ ਬਚਨ ਪੜ੍ਹਦੇ ਨਜ਼ਰ ਉਹ ਪੱਠੀ ਜੇ ਕਰੇ ਸੁਲਤਾਨਾ ਕਾਹੂ ਕਰਾਏ ਦਾ ਦਰ ਮੰਗਣ ਭੇਖਣਾ। ਤੇ ਇੱਕ ਨਜ਼ਰੋਂ ਨਾਨਕ ਨਦਰੀ ਨਦਰ, ਇੱਕ ਤੇ ਨਜ਼ਰ ਜਿਨ੍ਹਾਂ ਦੇ ਪੈ ਜਾਂਦੀ ਉਹ ਨਿਹਾਲ ਹੋ ਜਾਂਦੇ ਆ।
ਇੱਥੇ ਮਹਾਰਾਜ ਕਹਿੰਦੇ ਨਦਰ ਕਰੇ ਜਿਸ ਆਪਣੀ ਸੋ ਚੱਲੇ ਸਤਿਗੁਰ ਭਾਏ, ਜਿਨ੍ਹਾਂ ਤੇ ਮਿਹਰ ਭਰੀ ਨਦਰ ਕਰ ਦਿੰਦੇ ਵਾਹਿਗੁਰੂ ਸਤਿਗੁਰਾਂ ਦੇ ਪ੍ਰੇਮ ਚ। ਫਿਰ ਇੱਥੇ ਭਾਏ ਦਾ ਅਰਥ ਭਾਣਾ ਵੀ ਹੈ, ਭਾਏ ਦਾ ਅਰਥ ਇੱਥੇ ਪ੍ਰੇਮ ਵੀ ਹੈ। ਉਹ ਫਿਰ ਗੁਰੂ ਸਾਹਿਬ ਦੇ ਪ੍ਰੇਮ ਦੇ ਵਿੱਚ ਜੀਵਨ ਜਿਉਂਦੇ ਆ, ਉਹ ਉਹਦੇ ਭਾਣੇ 'ਚ ਚੱਲਦੇ, ਉਹਦੀ ਰਜ਼ਾ ਨੂੰ ਸਮਝ ਕੇ। ਸਤਿਗੁਰ ਕਾ ਦਰਸ਼ਨ ਸਫਲ ਹੈ, ਸਤਿਗੁਰਾਂ ਦਾ ਦਰਸ਼ਨ ਹਮੇਸ਼ਾ ਹੀ ਸਫਲ ਹੈ। ਇਸ ਪ੍ਰਥਾਏ ਬਹੁਤ ਸ਼ਬਦ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਦਰੋਂ ਮਿਲ ਜਾਣਗੇ। ਇੱਥੇ ਤੇ ਜਿੰਨਾ ਪਿਆਰ ਕਰਨ ਵਾਲਿਆਂ ਨੇ ਕਿਹਾ ਜੀ, ਦਰਸ਼ਨ ਦੇਖ ਜੀਵਾ ਗੁਰ ਤੇਰਾ। ਬਹੁਤੇ ਸਰੀਰ ਨਾਲ 6-6 ਮਹੀਨੇ ਗੁਰੂ ਘਰ ਰਹਿੰਦੇ ਸਨ। ਹੁਣ ਤੇ ਗੁਰਮੁਖੋ ਸਾਡੇ ਸਿੱਖਾਂ ਦੇ ਬਹੁਤ ਵੱਡੇ ਭਾਗ ਹੈ, ਤੁਸੀਂ ਇੱਥੇ ਦਰਸ਼ਨ ਕਰਨ ਆਉਣੇ ਹੋ, ਬਹੁਤ ਵੱਡੇ ਭਾਗ ਹੈ। ਤੇ ਬਹੁਤਿਆਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਘਰੇ ਪ੍ਰਕਾਸ਼ ਕੀਤਾ, ਕਿੱਡੇ ਵੱਡੇ ਭਾਗ ਹੈ। ਸਿੱਖਾਂ ਨੂੰ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਕੋਹਾਂ ਦਾ ਪੈਂਡਾ, ਉਹ ਵੀ ਪਹਾੜੀ ਰਸਤਾ, ਬਹੁਤ ਭਿਆਨਕ ਰਸਤਾ, ਕਈ ਵਾਰੀ ਸਮੁੰਦਰ ਵੀ ਲੰਘਣੇ, ਤਰ ਕੇ ਲੰਘਣੇ ਪੈਂਦੇ ਸਨ, ਫਿਰ ਜਾ ਕੇ ਦਰਸ਼ਨ ਹੁੰਦੇ ਸਨ। ਹੁਣ ਤੇ ਸਾਡੇ ਬਹੁਤ ਵੱਡੇ ਭਾਗ ਨੇ, ਭਾਵੇਂ ਤੁਸੀਂ ਸਦਾ ਵਾਸਤੇ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਘਰੇ ਬਿਠਾਓ, ਰੋਜ਼ ਦਰਸ਼ਨ ਕਰੋ, ਇੱਕ ਵਾਰੀ ਨਹੀਂ 10 ਵਾਰੀ 20 ਵਾਰੀ ਬੈਠੋ ਹੀ ਗੁਰੂ ਸਾਹਿਬ ਦੀ ਕੋ, ਸਾਰਾ ਦਿਨ ਬੈਠੇ ਰਹੋ, ਤੁਹਾਨੂੰ ਗੁਰੂ ਛੱਡ ਕੇ ਨਹੀਂ ਜਾਏਗਾ। ਇਸ ਤੋਂ ਵੱਡੇ ਭਾਗ ਹੁਣ ਕੀ ਹੋ ਸਕਦੇ? ਜਿੰਨੇ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਤੇ ਬਹੁਤੇ ਦਰਸ਼ਨ ਕਰਦੇ ਹੀ ਨਹੀਂ ਗਏ। ਕਈ ਆਉਂਦੇ ਨੇ ਸੰਗਰਾਂਦ ਵਾਲੇ ਦਿਨ ਦਰਸ਼ਨ ਕਰਨ, ਕਈ ਮੱਸਿਆ ਵਾਲੇ ਦਿਨ, ਕਈ ਤੇ ਉਹ ਸਾਲ ਬਾਅਦ ਨਵੇਂ ਸਾਲ ਤੇ ਆਉਂਦੇ, ਉਹ ਸਾਲ ਦੀ ਅਰਦਾਸ ਕਰ ਦਿੰਦੇ, ਕਹਿੰਦੇ ਜੀ ਹੁਣ ਅਗਲੇ ਸਾਲ ਹੀ ਆਵਾਂਗੇ। ਤੇ ਕਈ ਕਹਿੰਦੇ ਐ ਵੀ ਦਰਸ਼ਨਾਂ ਤੋਂ ਬਗੈਰ ਇੱਕ ਘੜੀ ਨਾ ਮਿਲਦੇ ਤਾਂ ਕਲਯੁਗ, ਉਹ ਕਹਿੰਦੇ ਸਾਡੇ ਵਾਸਤੇ ਤਾਂ ਕਲਯੁਗ ਆ ਜਾਂਦਾ ਜੇ ਘੜੀ ਵੀ ਤੁਹਾਡੇ ਦਰਸ਼ਨ ਨੇ। ਘੜੀ ਹੁਣ 12 ਮਿੰਟ ਦੀ ਹੈ, ਇਹਦਾ ਮਤਲਬ ਉਹ ਵਿਚਰਦੇ ਗੁਰੂ ਸਾਹਿਬ ਦੀ ਹਜ਼ੂਰੀ 'ਚ। ਦਰਸ਼ਨਦਾਰ ਦੇ ਵੀ ਨਹੀਂ ਵੀ ਨੇਤਰਾਂ ਨਾਲ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ ਆ ਕੇ ਤਾਂ ਦਰਸ਼ਨ ਹੋਏ ਆ। ਮੰਨ ਲਓ ਵੀ ਆਪਾਂ ਕਿਤੇ ਜਾ ਰਹੇ ਹਾਂ, ਕੋਈ ਕੰਮ ਕਰ ਰਹੇ ਹਾਂ ਤੇ ਦਰਸ਼ਨਾਂ ਤੋਂ ਬਗੈਰ ਸਰਨਾ ਹੀ ਨਾ, ਵੀ ਇੱਕ ਸ਼ਬਦ ਪੜ੍ਹ ਲਿਆ ਤੇ 5-10 ਮਿੰਟ ਲੰਘ ਜਾਣ ਵੀ ਰਸਨਾ ਨੇ ਸ਼ਬਦ ਨਹੀਂ ਪੜ੍ਹਿਆ ਤੇ ਤਲਖੀ ਜੀ ਮਹਿਸੂਸ ਹੋਵੇ ਵੀ ਗੁਰੂ ਨਾਲੋਂ ਵਿਛੋੜਾ ਪੈ ਗਿਆ, ਫਿਰ ਕੋਈ ਸ਼ਬਦ ਸ਼ੁਰੂ ਕਰ ਦਿਓ, ਫਿਰ ਪੜ੍ਹੋ, ਫਿਰ ਪੜ੍ਹੋ, ਫਿਰ ਪੜ੍ਹੋ, ਸਾਰਾ ਦਿਨ ਬਾਣੀ ਪੜ੍ਹਨੀ ਹੀ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਹੈ। ਬਾਣੀ ਪੜ੍ਹਨੀ ਹੀ ਗੁਰੂ ਸਾਹਿਬ ਦੀ ਗੋਦ 'ਚ ਬੈਠਣਾ ਹੈ। ਤੇ ਮਹਾਰਾਜ ਕਹਿੰਦੇ ਸਤਿਗੁਰ ਕਾ ਦਰਸ਼ਨ ਸਫਲ ਹੈ, ਜੋ ਇੱਛਾ ਸੋ ਫਲ ਪਾਏ। ਜੋ ਇੱਛਾ ਹੁੰਦੀ ਉਹ ਫਲ ਮਿਲ ਜਾਂਦਾ ਹੈ। ਦਰਸ਼ਨ ਸਫਲ ਹੈ ਨਾ, ਅਸੀਂ ਉਹਦੇ ਦਰਸ਼ਨ ਕਰ ਰਹੇ ਹਾਂ ਜਿੱਥੋਂ ਆਣ ਕੇ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਸਤਿਗੁਰ ਨੂੰ ਜਿਹਾ ਕੋ ਇੱਛਦਾ ਤੇਹਾ ਫਲ ਪਾਏ। ਕੋਈ ਜਿਹੋ ਜਿਹੀ ਇੱਛਾ ਲੈ ਕੇ ਆਉਂਦਾ ਉਹੋ ਜਿਹਾ ਫਲ ਮਿਲਦਾ। ਬੁਰੀ ਇੱਛਾ ਵਾਲੇ ਵੀ ਹੁੰਦੇ ਆ, ਉਹਨਾਂ ਨੂੰ ਉਹੋ ਜਿਹਾ ਫਲ ਮਿਲ ਜਾਂਦਾ। ਇੱਕ ਭੌ ਲੱਥੀ ਨਹਾਤਿਆ, ਦੋਏ ਭਾ ਚੜ੍ਹੀ ਅਸੁਰ। ਤੇ ਜਿਹੜੇ ਬੜੇ ਸ਼ਰਧਾ ਭਾਵਨਾ ਨਾਲ ਆਉਂਦੇ ਉਹ ਝੋਲੀਆਂ ਭਰ ਕੇ ਵੀ ਨਹੀਂ ਜਾਂਦੇ। ਦਾਸ ਨੂੰ ਤੇ ਬਹੁਤ ਸਰੀਰ ਮਿਲਦੇ, ਕਹਿੰਦੇ ਜੀ ਬੜੀ ਬਖਸ਼ਿਸ਼ ਵਰਤਦੀ ਹੈ, ਬੜੀ ਕਿਰਪਾ, ਬੜੀ ਰਹਿਮਤ। ਉਹ ਇੱਕ ਪਰਿਵਾਰ ਹੈ ਬੜਾ ਪਿਆਰਾ, ਸ਼ਾਇਦ ਇਸ ਤੋਂ ਬਾਅਦ ਉਹ ਸਰੀਰ ਆਏ ਨਹੀਂ, ਮੇਰੇ ਖਿਆਲ ਆਉਂਦੇ ਹੈ। ਉਹ ਮੈਂ ਇੱਕ ਵਾਰੀ ਘਰੇ ਉਹਨਾਂ ਦੇ ਗਿਆ, ਉਹਨਾਂ ਨੇ ਸੱਦਿਆ ਤੇ ਅਸੀਂ ਬੈਠੇ, ਬੜੀ ਭਾਵਨਾ ਵੇਖੀ ਮੈਂ ਉਹਨਾਂ ਦੇ ਅੰਦਰ ਗੁਰਮੁਖ ਪਿਆਰਿਆਂ ਦੇ। ਉਹ ਕਹਿੰਦੇ ਬਾਬਾ ਜੀ ਬੜੀ ਕਿਰਪਾ ਹੈ, ਬੱਚੇ ਬਾਹਰ ਨੇ, ਬਹੁਤ ਕਾਰਜ ਵਧੀਆ, ਬਹੁਤ ਵਧੀਆ। ਤੇ ਕਹਿੰਦੇ ਅੱਜ ਵੀ ਜੇ ਬੱਚਿਆਂ ਨੂੰ ਕੋਈ ਬਾਹਰ ਪ੍ਰੋਬਲਮ ਆ ਜਾਂਦੀ ਹੈ ਨਾ, ਕੋਈ ਮੁਸ਼ਕਲ ਆ ਜਾਂਦੀ ਹੈ, ਤੇ ਉਹ ਫਿਰ ਫੋਨ ਕਰਦੇ ਆ ਵੀ ਪਾਪਾ ਜੀ ਤੁਸੀਂ ਨਾ ਜਾਪਨੀ ਸਾਹਿਬ ਜਾਓ ਤੇ ਉੱਥੇ 2 ਘੰਟੇ ਜਾ ਕੇ ਬੈਠੋ ਤੇ ਗੁਰੂ ਸਾਹਿਬ ਕਿਰਪਾ ਕਰੇ। ਕਹਿੰਦੇ ਜਦੋਂ ਵੀ ਅਸੀਂ ਜਾਪਨੀ ਸਾਹਿਬ ਆਣ ਕੇ ਬੈਠੇ, ਕੋਈ ਪ੍ਰੋਬਲਮ ਆਈ, ਨਾਲ ਦੀ ਨਾਲ ਹੀ ਹੱਥ ਕੱਢਿਆ ਗੁਰੂ ਸਾਹਿਬ ਨੇ, ਨਾਲ ਦੀ ਨਾਲ ਹੀ ਬਖਸ਼ਿਸ਼ ਵਰਤੀ ਹੈ। ਗੁਰਮੁਖੋ ਸੱਚ ਜਾਣੋ, ਇਹ ਤੇ ਇੱਛਾ ਭਾਵਨਾ ਦੀ ਗੱਲ ਹੈ। ਇੱਥੇ ਵੀ ਬੜੇ ਪਿਆਰੇ ਮਹਾਰਾਜ ਕਹਿੰਦੇ ਜੋ ਇੱਛਾ ਸੋ ਫਲ ਪਾਏ। ਜੋ ਇੱਛਾ ਤੇਰੀ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਧੇਰਨਾ। ਜਿਹੋ ਜੀ ਤੇਰੀ ਇੱਛਾ ਹੋਏਗੀ। ਕਾਮ ਧੇਰਨਾ ਇੱਕ ਗਊ ਦਾ ਨਾਮ ਹੈ ਹਿੰਦੂ ਵੀਰਾਂ ਦੇ ਧਰਮ 'ਚ। ਉਹ ਕਹਿੰਦੇ ਜਿਹਦੇ ਕੋਲ ਗਾਂ ਹੋਵੇ ਨਾ, ਜੋ ਮੰਗੇ ਮੌਕੇ ਤੇ ਹਾਜ਼ਰ ਕਰ ਦਿੰਦੀ। ਮਹਾਰਾਜ ਕਹਿੰਦੇ ਸਿੱਖਾ ਗੁਰੂ ਦੇ ਦਰਸ਼ਨ ਹੀ ਤੇਰੇ ਵਾਸਤੇ ਕਾਮ ਧੇਨ ਗਊ ਹੈ। ਨਾਮ ਹੀ ਤੇਰੇ ਵਾਸਤੇ ਕਈ ਕਾਮ, ਇਹ ਉੱਥੇ ਤੇ ਇੱਕ ਕਾਮ ਧੇਨ ਗਊ ਹੋ ਗਈ, ਇੱਥੇ ਤੇ ਵਗ ਫਿਰਦੇ ਨੇ ਕਾਮ ਧੇਨ ਗਊਆਂ ਦੇ। ਜੋ ਮੰਗੇਗਾ ਤੇ ਉਹਨੂੰ ਮਿਲੇਗਾ। ਜਿੰਨੀ ਸਤਿਗੁਰ ਮੰਨਿਆ, ਸਤਿਗੁਰੂ ਨੂੰ ਮੰਨਦੇ ਬਹੁਤ ਹੈ, ਸਤਿਗੁਰਾਂ ਦੀ ਮੰਨਦਾ ਕੋਈ ਨਹੀਂ ਜੇ। ਇੱਥੇ ਗੁਰੂ ਦੀ ਮੰਨਣੀ ਹੈ ਅਸੀਂ।
ਹੁਣ ਤੇ ਜਿਹਨੂੰ ਮਰਜ਼ੀ ਕਹੇ ਆਪਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ। ਇੱਕ ਘਰੇ ਕੱਲ ਪਰਸੋਂ ਜਾਣਦਾ ਉਹਨਾਂ ਨੇ ਬੁੱਧ ਦੀ ਮੂਰਤੀ ਰੱਖੀ ਘਰੇ, ਤੇ ਅਸੀਂ ਬੈਠੇ ਤੇ ਤੁਰ ਲਗਾ, ਕਹਿੰਦੇ ਜੀ ਅਸੀਂ ਹੋਰ ਕਿਸੇ ਨੂੰ ਮੰਨਦੇ ਨਹੀਂ। ਤੇ ਨਾਲ ਦਾ ਮੇਰਾ ਸਾਥੀ ਕੱਲ ਪਰਸੋਂ ਹੀ ਅਸੀਂ ਮੇਰੇ ਕੋਲ ਕਿਸੇ ਘਰੇ ਗਏ, ਕਾਕਾ ਵੀ ਬੁੱਧ ਦੀ ਮੂਰਤੀ ਲਾਈ, ਤੇ ਉਹ ਕਹਿੰਦੇ ਜੀ ਅਸੀਂ ਕਿਸੇ ਨੂੰ ਮੰਨਦੇ ਨਹੀਂ। ਤੇ ਉਹ ਨਾਲ ਦਾ ਕਾਕਾ ਹੱਸ ਪਿਆ, ਕਹਿਣ ਲੱਗੇ ਜੀ ਆਹ ਮੂਰਤੀ ਤੇ ਤੁਸੀਂ ਬਹੁਤ ਸੋਹਣੀ ਸਾਹਮਣੇ ਰੱਖੀ ਹੈ, ਵੈਸੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਕਿਸੇ ਨੂੰ ਮੰਨਦੇ ਨਹੀਂ। ਚਲੋ ਮੰਨਦਾ ਇਹ ਨਹੀਂ ਹੈ ਵੀ ਅਸੀਂ ਸਤਿਕਾਰ, ਸਾਡੇ ਨਜ਼ਰਾਂ 'ਚ ਸਾਰਿਆਂ ਧਰਮਾਂ ਦਾ ਸਤਿਕਾਰ ਹੈ, ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ। ਜਿਹਨੂੰ ਕੋਈ ਮੰਨਦਾ ਉਹਨੂੰ ਮੰਨਣਾ ਚਾਹੀਦਾ, ਉਹ ਆਪਣੇ ਇਸ਼ਟ ਤੇ ਸ਼ਰਧਾ ਰੱਖੇ, ਉਹਨੂੰ ਮਿਲੇਗਾ। ਪਰ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਇਕੱਲਾ ਮੰਨੀਏ ਨਾ, ਗੁਰੂ ਗ੍ਰੰਥ ਸਾਹਿਬ ਦੀ ਮੰਨੀਏ ਵੀ ਗੁਰੂ ਸਾਹਿਬ ਜੀ ਕੀ ਕਹਿੰਦੇ। ਇੱਕ ਵੈਸੇ ਹੀ ਕਹਿ ਦੇਣਾ ਜੀ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ, ਇੱਕ ਮੰਨਣਾ ਮੈਂ ਗੁਰੂ ਦੀ ਸਿੱਖਿਆ ਅਨੁਸਾਰ ਜੀਵਨ ਜਿਉਣਾ, ਇਹ ਗੁਰੂ ਦੀ ਮੰਨਣਾ ਹੈ। ਜਿਨ੍ਹੀਂ ਸਤਿਗੁਰ ਮੰਨਿਆ ਹਉ ਤਿੰਨ ਕੈ ਲਾਗੋਂ ਪਾਏ, ਜਿਨ੍ਹਾਂ ਨੇ ਗੁਰੂ ਸਾਹਿਬ ਅਨੁਸਾਰ ਹੀ ਆਪਣਾ ਜੀਵਨ ਬਣਾ ਲਿਆ, ਮੈਂ ਉਹਨਾਂ ਦੇ ਚਰਨਾਂ ਨਾਲ ਜੁੜਨਾ ਚਾਹੁੰਦਾ। ਪਾਏ ਪੈਰਾਂ ਨੂੰ ਕਹਿੰਦੇ, ਚਰਨਾਂ ਨੂੰ ਕਹਿੰਦੇ। ਨਾਨਕ ਤਾਂ ਕਾ ਦਾਸ ਹੈ, ਨਾਨਕ ਉਹਨਾਂ ਦਾ ਦਾਸ ਹੈ। ਜੇ ਅੰਨ ਦੇਨ ਰਹੇ ਲਿਵ, ਜਿਹੜੇ ਦਿਨ ਰਾਤ ਉਹਦੇ ਨਾਲ ਸੁਰਤ ਜੋੜ ਕੇ ਰੱਖਦੇ ਆ, ਨਾਨਕ ਉਹਨਾਂ ਦਾ ਦਾਸ ਹੈ। ਬਚਨ ਬਹੁਤ ਵੀ ਕਿੰਨੇ ਨਿਮਰਤਾ ਹੈ, ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ। ਬਸ ਆ ਵੀ ਅਰਥ ਇਹਦੇ ਇਹ ਹੀ ਹੈ ਵੀ ਜਿਹੜੇ ਅੰਨ ਦਿਨ ਰਾਤ ਵਾਹਿਗੁਰੂ ਨਾਲ ਜੁੜੇ ਰਹਿੰਦੇ ਹੈ, ਨਾਨਕ ਤਾਂ ਕਾ ਦਾਸ ਹੈ, ਨਾਨਕ ਉਹਨਾਂ ਦੇ ਅਧੀਨ ਹੈ। ਜੋ ਕਹਿੰਦੇ ਉਹ ਮੰਨਣ ਲਈ ਤਿਆਰ ਹੈ। ਆਓ ਜੀ ਅਗਲੇ ਬੰਦ ਦੀ ਵਿਚਾਰ ਸ਼ੁਰੂ ਕਰੀਏ ਜੀ। ਜਿਨ੍ਹਾਂ ਫਿਰੇ ਪਿਆਰ, ਜਿਨ੍ਹਾਂ ਨੂੰ ਪ੍ਰਮਾਤਮਾ ਦੇ ਨਾਲ ਪਿਆਰ ਹੈ, ਕਹਿਣ ਨੂੰ ਅਸੀਂ ਸਾਡੇ ਪ੍ਰਮਾਤਮਾ ਨਾਲ ਪਿਆਰ ਕਰਦੇ ਆ। ਕਿਹੜਾ ਬੰਦਾ ਹੈ ਜਿਹੜਾ ਕਹਿੰਦਾ ਵੀ ਮੈਂ ਪ੍ਰਮਾਤਮਾ ਨਾਲ ਪਿਆਰ ਨਹੀਂ ਕਰਦਾ। ਜਿਨ੍ਹਾਂ ਪਿਰੀ ਪਿਆਰ, ਜਿਨ੍ਹਾਂ ਦੇ ਅੰਦਰ ਪਿਆਰ ਹੈ ਭਾਈ, ਬਿਨ ਦਰਸ਼ਨ ਕਿਉਂ ਤ੍ਰਿਪਤੀ ਹੈ। ਮਹਾਰਾਜ ਕਹਿੰਦੇ ਉਹਨਾਂ ਨੂੰ ਦਰਸ਼ਨਾਂ ਤੋਂ ਬਗੈਰ ਤ੍ਰਿਪਤੀ ਨਹੀਂ ਆਉਂਦੀ ਹੈ। ਅਸੀਂ ਕਿੰਨੇ ਵਾਰੀ ਦਰਸ਼ਨ ਕੀਤੇ, ਪਿਆਰ ਤੇ ਅਸੀਂ ਵੀ ਕਿੰਨੇ, ਰੱਬ ਦੇ ਕਿੰਨੇ ਵਾਰੀ ਦਰਸ਼ਨ ਹੋਏ। ਮਹਾਰਾਜ ਦੇ ਕਹਿੰਦੇ ਜਿਨ੍ਹਾਂ ਦੇ ਅੰਦਰ ਪਿਆਰ, ਉਹ ਦਰਸ਼ਨਾਂ ਤੋਂ ਬਗੈਰ ਰਹਿ ਹੀ ਨਹੀਂ ਸਕਦੇ। ਜੇ ਪਿਆਰ ਹੈ, ਵੇਖੋ ਇਹ ਮਿਲਣ ਦਾ, ਇੱਕ ਦੂਸਰੇ ਨੂੰ ਮਿਲਣ ਦਾ ਕਾਰਨ ਵੀ ਪਿਆਰ ਹੀ ਹੈ। ਮਾਂ ਦਾ ਬੱਚੇ ਨਾਲ ਪਿਆਰ ਹੈ, ਬੱਚਾ ਅੱਖਾਂ ਦੇ ਸਾਹਮਣੇ ਨਹੀਂ ਤੜਫਦੀ ਹੈ, ਮਾਂ ਕਹਿੰਦੀ ਵਿਖਾਓ ਮੇਰੇ ਬੱਚੇ ਨੂੰ, ਇੱਕ ਵਾਰੀ ਵਿਖਾ ਦਿਓ, ਇੱਕ ਵਾਰੀ ਵਿਖਾ ਦਿਓ। ਉਹ ਵਿਖਾਉਣ ਦਾ ਮਤਲਬ ਉਹਦਾ ਪਿਆਰ ਹੈ ਵੀ ਇੱਕ ਵਾਰੀ ਮਾਂ ਬੱਚੇ ਨੂੰ ਵੇਖਣਾ ਚਾਹੁੰਦੀ ਹੈ। ਉਹ ਕਈ ਵਾਰੀ ਤੁਸੀਂ ਵੇਖੋ ਤੜਫਦਾ ਹੈ, ਬੱਚਾ ਵੀ ਤੜਫਦਾ ਹੈ, ਮੈਨੂੰ ਮਾਂ ਨੂੰ ਬੁਲਾ ਦਿਓ, ਮਾਂ ਵੀ ਤੜਫਦੀ ਮੈਨੂੰ ਬੱਚੇ ਨਾਲ। ਉਹ ਪਿਆਰ ਕਹਿ ਰਿਹਾ ਵੀ ਮੈਂ ਮਿਲਣਾ ਹੈ, ਉਹ ਮਾਂ ਪੁੱਤ ਦਾ ਪਿਆਰ ਹੈ। ਤੇ ਜਿਨ੍ਹਾਂ ਦਾ ਰੱਬ ਪ੍ਰਤੀ ਪਿਆਰ ਹੈ ਨਾ, ਜਿਨ੍ਹਾਂ ਦੇ ਅੰਦਰ, ਉਹ ਫਿਰ ਮਰਨ ਲਈ ਵੀ ਤਿਆਰ ਹੋ ਕੇ ਤੇ ਰੱਬ ਦੇ ਦਰਸ਼ਨ ਚਾਹੀਦੇ ਆ। ਇਤਿਹਾਸ ਬਹੁਤ ਵਾਰੀ ਦਾਸ ਨੇ ਸਰਵਣ ਕਰਾਇਆ, ਸਿਰਫ ਟੂਕ ਮਾਤਰ ਕੇ ਮਿਲਦਾ ਜੁਲਦਾ ਹੈ। ਗੁਰੂ ਰਾਮਦਾਸ ਜੀ ਕੋਲ ਦੋ ਪੁੱਤਰ ਰਹਿੰਦੇ ਸਨ, ਬਾਬਾ ਮਹਾਦੇਵ ਤੇ ਬਾਬਾ ਪ੍ਰਿਥੀ ਚੰਦ। ਉਹ ਪਿਆਰ ਨਹੀਂ ਸੀ ਕਰਦੇ ਗੁਰੂ ਰਾਮਦਾਸ ਜੀ ਨੂੰ ਬਹੁਤਾ, ਨਾ ਹੀ ਗੁਰੂ ਰਾਮਦਾਸ ਜੀ ਇਹਨਾਂ ਨੂੰ ਬਹੁਤਾ ਪਿਆਰ ਕਰਦੇ ਸਨ। ਪਿਆਰ ਦੋ ਤਰਫ ਹੁੰਦਾ ਹੈ। ਤੁਸੀਂ ਕਿਸੇ ਦਾ ਸਤਿਕਾਰ ਕਰੋਗੇ, ਤੁਹਾਡਾ ਸਤਿਕਾਰ ਹੋਏਗਾ, ਤੁਸੀਂ ਨਹੀਂ ਕਰੋਗੇ ਤੁਹਾਡਾ ਵੀ ਕੋਈ ਨਹੀਂ ਕਰੇਗਾ। ਕਿਸੇ ਨੂੰ ਪਿਆਰ ਕਰੋ, ਤੁਹਾਨੂੰ ਵੀ ਕਰੇਗਾ, ਤੁਸੀਂ ਨਹੀਂ ਕਰੋਗੇ ਉਹ ਵੀ ਨਹੀਂ ਕਰੇਗਾ। ਗੁਰਤੱਕ ਦੀ ਦੇਣੀ ਸੀ ਗੁਰੂ ਰਾਮਦਾਸ ਜੀ ਨੇ, ਤੇ ਗੁਰੂ ਅਰਜਨ ਸਾਹਿਬ ਜੀ ਬੈਠੇ ਸਨ ਲਾਹੌਰ, ਚੂਨਾ ਮੰਡੀ ਦਾ ਪ੍ਰਕਾਸ਼ ਸੀ ਗੁਰੂ ਰਾਮਦਾਸ ਜੀ ਤੋਂ, ਉੱਥੇ ਧਰਮਸ਼ਾਲਾ 'ਚ ਸਨ ਗੁਰੂ ਅਰਜਨ ਸਾਹਿਬ ਜੀ। 2 ਸਾਲ ਤੋਂ ਸਮਾਂ, 1-2 ਮਹੀਨੇ ਕਹਿੰਦੇ ਵੱਧ ਸਮਾਂ ਰਹੇ, ਤੇ ਮਿਲਣ ਦੀ ਬੜੀ ਇੱਛਾ ਸੀ ਵੀ ਪਿਤਾ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਗੁਰੂ ਰਾਮਦਾਸ ਜੀ ਦੇ। ਪੁੱਤਰ ਸਾਹਿਬ ਦਾ ਇੱਕ ਤੇ ਪਿਓ ਪੁੱਤ ਵਾਲਾ ਵੀ ਰਿਸ਼ਤਾ ਸੀ, ਤੇ ਸਿੱਖ ਗੁਰੂ ਵਾਲਾ ਇਸ ਤੋਂ ਜ਼ਿਆਦਾ ਰਿਸ਼ਤਾ ਸੀ, ਗਹਿਰਾ ਰਿਸ਼ਤਾ ਸਿੱਖ ਤੇ ਗੁਰੂ ਵਾਲਾ ਸੀ। ਉਹ ਗੁਰੂ ਅਰਜਨ ਸਾਹਿਬ ਜੀ ਨੇ ਚਿੱਠੀ ਭੇਜੀ ਵੀ ਇੱਕ ਸਿੱਖ ਨੂੰ ਭੇਜਿਆ ਵੀ ਪਿਤਾ ਗੁਰੂ ਨੂੰ ਕਹੋ ਵੀ ਜਾਂ ਸੱਦ ਲੈਣ ਤੇ ਜਾਂ ਇੱਥੇ ਆ ਕੇ ਦਰਸ਼ਨ ਦੇਣ। ਤੜਫ ਸੀ ਨਾ ਅੰਦਰ। ਆ ਜਿਹੜੀ ਦਾਸ ਨੇ ਭਗਤੀ ਪਹਿਲਾਂ ਪੜ੍ਹੀ ਸੀ, ਇੱਕ ਘੜੀ ਨਾ ਮਿਲਦੇ ਤਾਂ ਕਲਯੁਗ ਹੁੰਦਾ, ਗੁਰੂ ਅਰਜਨ ਸਾਹਿਬ ਜੀ ਦੇ ਉਹਨਾਂ ਚਿੱਠੀਆਂ ਦੇ ਵਿੱਚ ਲਿਖੀ ਹੋਈ ਸੀ। ਉਹ ਆਪ ਜੀ ਸ਼ਬਦ ਹਜ਼ਾਰੇ ਬਾਣੀ ਪੜ੍ਹਦੇ, ਉਹਦੇ 'ਚ ਸ਼ਬਦ ਨੇ, ਰੱਬ ਦੇ ਮਿਲਾਪ ਦੀ ਗੱਲ ਹੈ। ਉਹ ਗੁਰੂ ਸਾਹਿਬ ਨੇ ਚਿੱਠੀਆਂ ਲਿਖੀਆਂ, ਮਹਾਰਾਜ ਤੁਹਾਡੇ ਦਰਸ਼ਨਾਂ ਤੋਂ ਬਗੈਰ ਮੈਂ ਰਹਿ ਨਹੀਂ ਸਕਦਾ, ਇੱਕ ਘੜੀ ਵੀ ਨਹੀਂ ਹੁਣ ਰਿਹਾ। ਜਦੋਂ 3 ਚਿੱਠੀਆਂ ਆਈਆਂ ਜੀ, ਪ੍ਰਿਥੀ ਚੰਦ ਨੇ ਲਿਖਾ ਲਈਆਂ,
ਫਿਰ ਜਦੋਂ ਪਤਾ ਲੱਗਾ ਸਾਰੀ ਅਸਲੀਅਤ ਸਾਹਮਣੇ, ਗੁਰੂ ਅਰਜਨ ਸਾਹਿਬ ਨੂੰ ਸੱਦਿਆ ਗੁਰੂ ਰਾਮਦਾਸ ਜੀ ਨੇ। ਜਿਹੜੇ ਕੋਲ ਪੁੱਤਰ ਰਹਿੰਦੇ ਸਨ ਉਹ ਕਹਿੰਦੇ ਸਨ ਜੀ ਸਾਨੂੰ ਗੁਰਤਾ ਗੱਦੀ ਦਿਓ, ਤੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਆਏ ਜਦੋਂ, ਭਾਗ ਹੋਆ ਗੁਰ ਸੰਤ ਮਿਲਾਇਆ ਪ੍ਰਭ ਅਬਨਾਸੀ ਘਰ ਮੈਂ ਪਾਇਆ। ਵੀ ਭਾਗ ਹੋਇਆ ਗੁਰੂ ਅਰਜਨ ਸਾਹਿਬ ਨੇ ਕਿਹਾ ਵੀ ਗੁਰੂ ਸੰਤ ਮਿਲ ਗਿਆ, ਪਿਤਾ ਗੁਰੂ ਮਿਲ ਗਿਆ। ਉੱਥੇ ਬਾਪ ਨੇ ਕਿਹਾ ਦੁਨਿਆਵੀ, ਗੁਰੂ ਸੰਤ ਕਿਹਾ ਵੀ ਮੈਨੂੰ ਗੁਰੂ ਸੰਤ ਦੇ ਦਰਸ਼ਨ ਹੋ ਗਏ। ਤੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਮਹਾਰਾਜ ਤੁਹਾਡੇ ਦਰਸ਼ਨ ਚਾਹੀਦੇ, ਮੈਨੂੰ ਕੋਈ ਗੱਦੀ ਨਹੀਂ ਚਾਹੀਦੀ, ਮੈਨੂੰ ਕੋਈ ਕੁਝ ਨਹੀਂ ਚਾਹੀਦਾ, ਬਸ ਆਪ ਜੀ ਦੀ ਹਜ਼ੂਰੀ 'ਚ ਇਤਰਾ ਜੀਵਨ ਬਤੀਤ ਹੋਏ। ਤੇ ਮਹਾਰਾਜ ਨੇ ਫਿਰ ਆਪਣਾ ਆਪ ਹੀ ਉਹਨਾਂ ਦੇ ਵਿੱਚ ਟਿਕਾ ਦਿੱਤਾ ਸੀ ਗੁਰੂ ਅਰਜਨ ਸਾਹਿਬ ਦੇ ਅੰਦਰ, ਗੁਰੂ ਰਾਮਦਾਸ ਮਹਾਰਾਜ ਨੇ। ਮਹਾਰਾਜ ਕਹਿੰਦੇ ਉਹਨਾਂ ਨੂੰ ਦਰਸ਼ਨਾਂ ਤੋਂ ਬਗੈਰ ਤ੍ਰਿਪਤੀ ਨਹੀਂ ਆਉਂਦੀ ਹੈ। ਗੁਰਮੁਖੋ ਆਪ ਜੀ ਨਾ, ਚਲੋ ਦਾਸ ਨੇ ਬੇਨਤੀ ਕੀਤੀ, ਸਿੱਖਿਆ ਤੇ ਚੱਲਣਾ ਹੀ ਗੁਰੂ ਸਾਹਿਬ ਦੇ ਦਰਸ਼ਨ ਹੈ, ਗੁਰੂ ਸਾਹਿਬ ਦਾ ਹੁਕਮ ਮੰਨਣਾ ਹੀ ਦਰਸ਼ਨ ਹੈ। ਆਪਾਂ ਨੇਤਰਾਂ ਨਾਲ ਵੀ ਕਰ ਰਹੇ, ਸਾਨੂੰ ਆਨੰਦ ਪ੍ਰਾਪਤ ਹੋ ਰਿਹਾ, ਆਪਣੇ ਆਪ ਦੇ ਅੰਦਰ ਸਕੂਨ ਹੈ ਵੀ ਅਸੀਂ ਜਿਸ ਵਾਸਤੇ ਆਏ ਉਹ ਕਾਰਜ ਕਰ ਰਹੇ ਹਾਂ, ਔਰ ਸਾਡੇ ਤੇ ਗੁਰੂ ਸਾਹਿਬ ਖੁਸ਼ ਜ਼ਰੂਰ ਹੋਣਗੇ। ਸਾਨੂੰ ਇੰਨਾ ਕੀ ਵੀ ਅਸੀਂ ਨੇਤਰਾਂ ਨਾਲ ਹੀ ਦਰਸ਼ਨ ਕਰਕੇ ਬੜੇ ਪ੍ਰਸੰਨ ਹੈ। ਤੇ ਜਿਹੜੇ ਅੰਦਰੋਂ ਰੋਜ਼ ਦਰਸ਼ਨ ਕਰਦੇ ਨੇ, ਭਗਤ ਨਾਮਦੇਵ ਜੀ ਦੀ ਦਾਸ ਨੇ ਗੱਲ ਕੀਤੀ ਸੀ ਕੱਲ ਪਰਸੋਂ, ਤੇ ਬੜੇ ਪ੍ਰਸੰਨ ਹੋਣਗੇ ਜਿਨ੍ਹਾਂ ਨੂੰ ਰੱਬ ਦੇ ਰੋਜ਼ ਦਰਸ਼ਨ ਹੁੰਦੇ ਆ। ਤੇ ਜਿਨ੍ਹਾਂ ਦੇ ਅੰਦਰ ਪ੍ਰੇਮ, ਉਹਨਾਂ ਨੇ ਫਿਰ ਕਿਹਾ ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹਿ ਵਹਿ ਚੱਲੇ ਜਿਉ। ਉਹ ਨੀਰ, ਉਹ ਗੁਰੂ ਅਰਜਨ ਸਾਹਿਬ ਦੀ ਇਹੀ ਹਾਲ ਸੀ, ਕਿਉਂਕਿ ਪ੍ਰੇਮ ਹੈ। ਜਿਨ੍ਹਾਂ ਪ੍ਰੀ ਪਿਆਰ ਕਿਉਂ ਜੀਵਨ, ਬਿਨ ਦਰਸ਼ਨਾਂ ਤੋਂ ਕਿਵੇਂ ਰਹਿ ਸਕਦੇ ਦੱਸੋ ਜੀ। ਜਿਨ੍ਹਾਂ ਦੇ ਅੰਦਰ ਪ੍ਰੇਮ ਹੈ ਉਹ ਦਰਸ਼ਨਾਂ ਤੋਂ ਵਾਂਝੇ ਨਹੀਂ ਰਹਿ ਸਕਦੇ, ਉਹ ਦਰਸ਼ਨਾਂ ਤੋਂ ਬਾਹਰ ਰਹਿ ਹੀ ਨਹੀਂ ਸਕਦੇ। ਬਿਨ ਦਰਸ਼ਨ ਨਾ ਨਹਿ ਤ੍ਰਿਪਤੀ ਹੈ, ਤ੍ਰਿਪਤੀ ਨਹੀਂ ਹੈ। ਗੁਰੂ ਦੇ ਦਰਸ਼ਨਾਂ 'ਚ ਗੁਰਮੁਖੋ ਬੜਾ ਆਨੰਦ, ਕਿਸੇ ਦੇ ਅੰਦਰ ਭਾਵਨਾ ਹੋਣੀ ਚਾਹੀਦੀ। ਤੁਸੀਂ ਕਿਤੇ ਹਰਿਮੰਦਰ ਸਾਹਿਬ ਜਾਂਦੇ ਹੋ, ਹਜ਼ੂਰ ਸਾਹਿਬ ਜਾਂਦੇ ਹੋ, ਹੁਣ ਪਟਨਾ ਸਾਹਿਬ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਇਆ। ਇੱਕ ਵਾਰੀ ਬੰਦਾ ਉੱਥੇ ਜਾ ਕੇ ਆਪਣੇ ਆਪ ਨੂੰ ਸੁਰਖਰੂ ਜਿਹਾ ਸਮਝਦਾ ਹੈ ਵੀ ਮੈਂ ਉਸ ਸਥਾਨ ਤੇ ਆ ਗਿਆ ਜੀ, ਮੈਂ ਉਹ ਬੰਦੇ ਨੂੰ ਇੱਕ ਵਾਰੀ ਤ੍ਰਿਪਤੀ ਹੁੰਦੀ, ਉੱਥੇ ਜਾ ਕੇ ਰੱਜ ਜਾਂਦਾ ਹੈ ਬੰਦਾ। ਅੰਦਰ ਜਿਹਦੇ ਪ੍ਰੇਮ ਹੈ, ਕਈ ਵਾਰੀ ਉੱਥੋਂ ਵਾਪਸ ਆਉਣ ਨੂੰ ਵੀ ਜੀਅ ਨਹੀਂ ਕਰਦਾ। ਕਈ ਵਾਰੀ ਪਿੱਛੇ ਥੋੜਾ ਜਿਹਾ ਮੁੜੋ, ਖੁਦ ਪ੍ਰੇਮ ਜ਼ਿਆਦਾ ਕਰ ਲੇ, ਪਿਛਲਾ ਸਾਰਾ ਕੁਝ ਭੁੱਲ ਜਾਂਦਾ ਹੈ। ਉਹਨੂੰ ਐਂ ਲੱਗਦਾ ਸਾਰਾ ਜੀਵਨ ਹੀ ਮੇਰੇ ਇੱਥੇ ਹੀ ਲੱਗਿਆ, ਔਰ ਇਹੀ ਆਨੰਦ ਮੇਰੇ ਜੀਵਨ 'ਚ ਹੋਣਾ ਵੀ ਚਾਹੀਦਾ। ਇਹ ਇੱਕ ਜਾਣ ਵਾਲੇ ਦਾ ਪ੍ਰੇਮ ਹੈ। ਮਹਾਰਾਜ ਕਹਿੰਦੇ ਉਹ ਦਰਸ਼ਨਾਂ ਤੋਂ ਬਗੈਰ ਕਿਵੇਂ ਤ੍ਰਿਪਤੀ, ਦਰਸ਼ਨਾਂ ਤੋਂ ਬਗੈਰ ਤ੍ਰਿਪਤੀ ਨਹੀਂ ਆਉਂਦੀ ਹੈ। ਸਾਨੂੰ ਜ਼ਰੂਰ ਗੁਰਮੁਖੋ ਆਪਣੇ ਜੀਵਨ ਦੇ ਅੰਦਰ ਨਾ 5 ਤਖਤਾਂ ਦੇ ਦਰਸ਼ਨ ਜ਼ਰੂਰ ਸਾਨੂੰ ਕਰਨੇ ਚਾਹੀਦੇ ਆ। ਸਿੱਖ ਹੈ, ਹਾਂ 4 ਧਾਮ ਨੇ, 5 ਤਖਤ ਨੇ, ਬਹੁਤ ਹੋਰ ਧਾਰਮਿਕ ਸਥਾਨ ਨੇ। ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਜਾ ਕੇ ਅਸੀਂ ਜ਼ਰੂਰ ਉੱਥੇ ਹਾਜ਼ਰੀ ਭਰੀਏ ਤੇ ਉਦੋਂ ਤ੍ਰਿਪਤੀ ਮਿਲੇਗੀ ਸਾਨੂੰ। ਮਨੁੱਖ ਆਪਣੇ ਆਪ ਨੂੰ ਨਾ ਸੁਰਖਰੂ, ਜਿਵੇਂ ਉਹ ਦੂਸਰੇ ਵੀਰ ਗੰਗਾ ਤੇ ਇਸ਼ਨਾਨ ਕਰਕੇ ਕਹਿੰਦੇ ਨਾ ਸਾਡੇ ਪਾਪ ਲੱਥ ਜਾਂਦੇ ਆ, ਤੇ ਮੇਰੇ ਖਿਆਲ ਵੀ 5 ਤਖਤਾਂ ਦੇ ਜਿਹਨਾਂ ਨੂੰ ਦਰਸ਼ਨ ਹੋ ਜਾਣ ਨਾ, ਉਹਨਾਂ ਦੀ ਆਤਮਾ ਕੁਝ ਨਾ ਕੁਝ ਹੱਦ ਤੱਕ ਉਹ ਪ੍ਰਸੰਨ ਹੁੰਦੀ ਹੈ ਵੀ ਮੈਂ ਆਪਣੇ ਧਾਰਮਿਕ ਸਥਾਨਾਂ ਦੇ ਦਰਸ਼ਨ ਕੀਤੇ ਆ। ਇੱਥੇ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਅੰਦਰ ਪ੍ਰੇਮ ਹੈ, ਪਿਆਰ ਹੈ, ਉਹ ਦਰਸ਼ਨਾਂ ਤੋਂ ਬਗੈਰ ਤ੍ਰਿਪਤੀ ਨਹੀਂ ਉਹਨਾਂ ਨੂੰ ਆਉਂਦੀ ਹੈ। ਉਹ ਫਿਰ ਤੜਫਦੇ ਨੇ, ਉਹ ਫਿਰ ਪੂਰਨੀ ਆਪਣੇ ਆਪ ਨੂੰ ਉਸ ਦਿਨ ਸਮਝਦੇ ਜਦੋਂ ਉਹਦੇ ਦਰਸ਼ਨ ਹੋ ਜਾਂਦੇ ਹਨ। ਨਾਨਕ ਮਿਲੇ ਸੁਭਾਏ, ਮਹਾਰਾਜ ਕਹਿੰਦੇ ਫਿਰ ਸਹਿਜ ਸੁਭਾਅ ਵਾਹਿਗੁਰੂ ਮਿਲ ਜਾਂਦਾ ਹੈ। ਗੁਰਮੁਖ ਇਹੋ ਮਨ ਰਹਿਸੀਐ, ਗੁਰਮੁਖ ਦਾ ਜਿਹੜਾ ਮਨ ਹੈ ਨਾ ਉਹ ਤ੍ਰਿਪਤ ਹੁੰਦਾ ਹੈ। ਚਲੋ ਜਿਹੜੇ ਗੁਰੂ ਦੇ ਦਰਸ਼ਨ ਨੇ ਉਹ ਤੇ ਸਾਡੀ ਹਿੰਮਤ ਚਾਹੀਦੀ ਹੈ, ਭਾਵੇਂ 2 ਵਾਰੀ ਆ ਕੇ ਰੋਜ਼ ਦੇ ਕਰੀਏ, 3 ਵਾਰੀ ਦਰਸ਼ਨ ਕਰੀਏ, 4 ਵਾਰੀ ਕਰੀਏ। ਕਿਸੇ ਸਥਾਨ ਤੇ ਦਾਸ ਨੇ ਪਹਿਲਾਂ ਤਖਤ ਸਾਹਿਬ ਤੇ ਜਾਣਾ ਹੈ, ਸਾਡੀ ਹਿੰਮਤ ਹੈ, ਸਮਾਂ ਵੀ ਹੈ, ਸਾਡੇ ਕੋਲ ਜਾ ਸਕਦੇ ਹੈ। ਉਹ ਜਦੋਂ ਮਨ ਕਰੇਗਾ, ਜਦੋਂ ਅੰਦਰੋਂ ਪਿਆਸ ਲੱਗੇਗੀ ਜਾਂ ਭੁੱਖ ਲੱਗੇਗੀ ਦਰਸ਼ਨਾਂ ਦੀ, ਉਦੋਂ ਅਸੀਂ ਜਾਣਾ। ਜਿਹੜੇ ਰੱਬ ਦੇ ਦਰਸ਼ਨ ਨੇ ਉਹ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਹੋਣੇ ਆ। ਸਾਨੂੰ ਸਿੱਖਾਂ ਨੂੰ ਜਿਹੜੇ ਵਾਹਿਗੁਰੂ ਦੇ ਪ੍ਰਮਾਤਮਾ ਦੇ ਦਰਸ਼ਨ ਨੇ ਨਾ, ਉਹ ਗੁਰੂ ਸਾਹਿਬ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦੇ ਆ। ਹਾਂ, ਗੁਰੂ ਸਾਹਿਬ ਦੇ ਦਰਸ਼ਨ ਤੇ ਅਸੀਂ ਆ ਗਏ। ਦਾਸ ਨੇ ਪਹਿਲਾਂ ਬੇਨਤੀ ਕੀਤੀ ਘਰੇ ਪ੍ਰਕਾਸ਼ ਕਰੋ। 1 ਮਹੀਨਾ, 2 ਮਹੀਨੇ, 4 ਮਹੀਨੇ, 6 ਮਹੀਨੇ, ਸਾਲ, ਭਾਵੇਂ ਅਕਾਲ ਤਖਤ ਸਾਹਿਬ ਵੱਲੋਂ ਇਹ ਹੁਕਮਨਾਮਾ ਆਇਆ ਵੀ ਜਿਹਦੇ ਘਰੇ ਬਿਲਕੁਲ ਨਸ਼ਾ ਨਹੀਂ, ਸ਼ਰਾਬ ਨਹੀਂ, ਕੋਈ ਜਗ੍ਹਾ ਨਹੀਂ ਸ਼ਰਾਬ ਰੱਖਣ ਦੀ ਬਣੀ, ਉਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਘਰੇ ਕਰ ਸਕਦਾ ਹੈ। ਹਾਂ, ਮਰਿਆਦਾ ਪੂਰੀ ਨਿਭਾਉਣੀ ਚਾਹੀਦੀ ਹੈ।
ਇਹ ਵੀ ਗੁਰੂ ਸਾਹਿਬ ਦਾ ਦਰਸ਼ਨ ਵੀ ਪਿਆਰ ਨਾਲ ਹੀ ਹੋਣਾ ਹੈ। ਗੁਰੂ ਸਾਹਿਬ ਦੇ ਦਰਸ਼ਨ ਵੀ ਇੱਥੇ ਵੀ ਉਹ ਆਉਂਦਾ ਜਿਹਦੇ ਅੰਦਰ ਪਿਆਰ ਹੈ। ਮੌਸਮ ਠੀਕ ਨਹੀਂ ਸੀ ਅੱਜ, ਧੁੰਦ ਹੈ, ਉਹ ਵੀ ਉਹ ਪਿਆਰ ਵਾਲੇ ਫਿਰ ਵੀ ਆਏ ਹੈ। ਦਾਸ ਨੇ ਇਸ ਵਿਸ਼ੇ ਤੇ ਬਹੁਤ ਵਾਰੀ ਬੇਨਤੀ ਸਾਂਝੀ ਕੀਤੀ, ਜਿਨ੍ਹਾਂ ਦੇ ਅੰਦਰ ਪ੍ਰੇਮ ਹੈ ਉਹ ਫਿਰ ਸਮੇਂ ਨਹੀਂ, ਉਹ ਪ੍ਰੇਮ ਹੀ ਲੈ ਕੇ ਆਉਂਦਾ ਇੱਥੇ ਜੀ। ਤੇ ਰੱਬ ਦੇ ਦਰਸ਼ਨ ਗੁਰੂ ਸਾਹਿਬ ਦੀ ਕਿਰਪਾ ਵਾਲਾ ਮਿਲਦੇ ਨੇ ਤੇ ਫਿਰ ਮਨ ਤ੍ਰਿਪਤ ਹੋ ਜਾਂਦਾ। ਇਹੋ ਮਨ ਰਹੱਸੀ ਹੈ ਤ੍ਰਿਪਤ, ਤੇ ਨਾਨਕ ਮਿਲੇ ਸੁਭਾਏ। ਨਾਨਕ ਫਿਰ ਉਹ ਗੁਰਮੁਖ ਜਿਹੜੇ ਨੇ ਉਹ ਸਹਿ ਸੁਭਾਅ ਰੱਬ ਨਾਲ ਮਿਲਾਪ ਕਰ ਲੈਂਦੇ ਹੈ, ਤੇ ਉਹ ਦਰਸ਼ਨ ਕਰਕੇ ਵਾਹਿਗੁਰੂ ਦੇ ਅੰਦਰੋਂ ਤ੍ਰਿਪਤ ਹੋ ਜਾਂਦੇ ਹਨ। ਜਿਨ੍ਹਾਂ ਦਾ ਉਸ ਪ੍ਰਮਾਤਮਾ ਦੇ ਨਾਲ ਪਿਆਰ ਹੈ ਜੀ। ਜੀਵਨ ਬਿਰ ਬਾਹਰੇ, ਮਹਾਰਾਜ ਕਹਿੰਦੇ ਪਿਰ ਤੋਂ ਬਾਗੀ ਹੋ ਕੇ ਫਿਰ ਕਿਵੇਂ ਜੀਵਨ ਜਿਉ ਸਕਦੇ ਆ। ਜਿਨ੍ਹਾਂ ਦਾ ਰੱਬ ਦੇ ਨਾਲ ਪ੍ਰੇਮ ਹੈ, ਉਹਦੇ ਮਿਲਾਪ ਤੋਂ ਬਗੈਰ ਫਿਰ ਨਹੀਂ ਉਹ ਰਹਿ ਸਕਦੇ ਆ। ਉਹਦੇ ਤੋਂ ਆਕੀ ਹੋ ਕੇ ਦੁਆਰੇ ਹੋ ਕੇ ਨਹੀਂ ਜੀਵਨ ਜਿਉਂਦੇ ਆ। ਜਿਨ੍ਹਾਂ ਦਾ ਪ੍ਰੇਮ ਹੈ, ਜਿਹੜਾ ਆਪਣੇ ਬਾਪ ਨਾਲ ਪ੍ਰੇਮ ਕਰਦੇ, ਉਹਦੀ ਇੱਜ਼ਤ ਦਾ, ਉਹਦੀ ਪੱਗ ਦਾ ਖਿਆਲ ਰੱਖਦੇ, ਉਹ ਆਪਣੇ ਬਾਪ ਦੇ ਕਦੇ ਉਹ ਕਹਿਣੇ ਤੋਂ ਬਾਗੀ ਨਹੀਂ ਹੁੰਦਾ, ਆਕੀ ਨਹੀਂ ਹੁੰਦਾ। ਤੇ ਜਿਹੜਾ ਸਿੱਖ ਗੁਰੂ ਨਾਲ ਪ੍ਰੇਮ ਕਰਦੇ, ਉਹ ਗੁਰੂ ਸਾਹਿਬ ਦੇ ਅਨੁਸਾਰ ਹੀ ਜੀਵਨ ਜਿਉਂਦਾ। ਉਹ ਆਪ ਉਧਰਾ ਜੀਵਨ ਨਹੀਂ ਜਿਉਂਦਾ। ਉਹਦੇ ਅੰਦਰ ਮਰਿਆਦਾ ਹੈ, ਉਹਦੇ ਅੰਦਰ ਨੇਮ ਹੈ, ਉਹਦੇ ਅੰਦਰ ਪਿਆਰ ਹੈ। ਜਿੰਨੀ ਪਿਰੀ ਪਿਆਰ, ਪਹਿਲਾਂ ਬਚਨ ਪੜ੍ਹੇ, ਬਿਨ ਦਰਸ਼ਨ ਕਿਉਂ ਤ੍ਰਿਪਤੀ ਹੈ। ਤੇ ਇੱਥੇ ਮਹਾਰਾਜ ਨੇ ਕਿਹਾ ਜਿੰਨਾ ਪਿਰੀ ਪਿਆਰ ਕਿਉਂ ਜੀਵਨ ਪਿਰ ਬਾਹਰੇ। ਪਿਰ ਪਤੀ, ਜੀਵ ਰੂਪੀ ਇਸਤਰੀ, ਉਹਦੇ ਤੋਂ ਬਾਹਰ ਮੰਨ ਲਓ ਦੁਨਿਆਵੀ ਤੌਰ ਤੇ ਇੱਕ ਉਦਾਹਰਨ ਹੈ, ਪਤਨੀ ਹੈ। ਜੋ ਪਤੀ ਦੇ ਕਹਿਣੇ ਤੋਂ, ਇਹ ਵੀ ਨਹੀਂ ਵੀ ਸਾਰੀ ਗੱਲ ਚਲੋ ਉਹ ਕੁਝ ਸਲਾਹ ਮਸ਼ਵਰੇ ਤੋਂ ਦੁਬਾਰਾ ਵੀ, ਕਿਉਂਕਿ ਇੱਕ ਔਰਤ ਦਾ ਵੀ ਆਪਣਾ ਜੀਵਨ ਹੁੰਦਾ, ਇੱਕ ਮਰਦ। ਪਰ ਜੋ ਆਖੇ ਵੀ ਮੈਂ ਇਹਦੇ ਆਖੇ ਨਹੀਂ ਲੱਗਣਾ, ਆਪ ਮਾਰਾ ਜੀਵਨ ਜਿਉਣਾ, ਫਿਰ ਉੱਥੇ ਇੱਕ ਤੇ ਕਲੇਸ਼, ਤੇ ਦੂਸਰਾ ਫਿਰ ਉਹ ਪਤੀ ਪਰਮਾਤਮਾ ਦੀ ਖੁਸ਼ੀ ਨੇ ਜੀਵ ਆਤਮਾ ਨੂੰ ਮਿਲੇਗੀ ਜਦੋਂ ਉਹ ਆਪ ਮਾਰਾ ਜੀਵਨ ਜਿਉਏਗੀ। ਦੁਨਿਆਵੀ ਰਿਸ਼ਤਾ ਪਤੀ ਪਤਨੀ ਦਾ ਹੈ। ਜਦੋਂ ਪਤਨੀ ਪਤੀ ਤੋਂ ਪੁੱਛੇ ਤੋਂ ਬਗੈਰ ਆਪ ਮਾਰੇ ਜੀਵਨ ਜਿਉਏਗੀ, ਫਿਰ ਉੱਥੇ ਰਸ ਨਹੀਂ ਹੈ, ਪਿਆਰ ਨਹੀਂ ਹੈ। ਤੇ ਜੇ ਅਸੀਂ ਆਪ ਉਧਰਾ ਜੀਵਨ ਜਿਉਵਾਂਗੇ, ਫਿਰ ਗੁਰੂ ਤੇ ਰੱਬ ਨਾਲ ਪਿਆਰ ਕਿੱਥੇ ਹੈ। ਮਹਾਰਾਜ ਇੱਥੇ ਕਹਿੰਦੇ ਪਿਰ ਬਾਹਰੇ ਹੋ ਕੇ ਨਹੀਂ ਉਹ ਜੀਵਨ ਜਿਉਂਦੇ। ਉਹਦੇ ਫਿਰ ਉਹਦੇ ਹੁਕਮ 'ਚ ਹੀ, ਉਹਦੀ ਰਜ਼ਾ 'ਚ, ਇਹਨੂੰ ਤੇ ਪਹਾੜਾ ਕਹਿੰਦੇ ਆ, ਉਹਦੀ ਰਜ਼ਾ 'ਚ ਹੀ ਜੀਵਨ ਜਿਉਣਾ। ਜਿਵੇਂ ਉਹ ਜਮਾ ਰਿਹਾ, ਉਹਦੀ ਰਜ਼ਾ 'ਚ ਖੁਸ਼ ਰਹਿਣਾ, ਰਾਜੀ ਰਹਿਣਾ। ਜਿਵੇਂ ਮੰਨ ਲਓ ਵੀ ਇੱਕ ਪਤੀ ਹੈ ਘਰ ਦੇ ਵਿੱਚ, ਵੀ ਬਹੁਤੀਆਂ ਸਹੂਲਤਾਂ ਨਹੀਂ, ਤੇ ਉਹ ਪਤਨੀ ਫਿਰ ਵੀ ਮੈਨੇਜ ਕਰਦੀ, ਕਹਿੰਦੀ ਨਹੀਂ ਵੀ ਇੱਥੇ ਇਸ ਤਰ੍ਹਾਂ ਹੀ ਰਹਿਣਾ ਪੈਣਾ। ਉੱਥੇ ਫਿਰ ਖੁਸ਼ੀ ਹੈ, ਉੱਥੇ ਫਿਰ ਪਿਆਰ ਹੈ। ਤੇ ਜੇ ਉੱਥੇ ਹੋਵੇ ਵੀ ਨਹੀਂ ਵੀ ਮੈਨੂੰ ਤੇ ਆਹ ਸਹੂਲਤਾਂ ਚਾਹੀਦੀਆਂ, ਫਿਰ ਉੱਥੇ ਪਿਆਰ ਨਹੀਂ ਹੈ। ਉਹਦੇ ਫਿਰ ਸਰੀਰਕ ਸਹੂਲਤਾਂ ਹੀ ਮੰਨ ਲਈਆਂ। ਤੇ ਅਸੀਂ ਜੇ ਗੁਰੂ ਸਾਹਿਬ ਦਾ ਪਿਆਰ ਹੈ, ਤੇ ਫਿਰ ਮਰਿਆਦਾ ਦੇ ਅੰਦਰ ਹੀ ਜੀਵਨ ਹੈ। ਫਿਰ ਤੇ ਜਿਵੇਂ ਉਹਦਾ ਹੁਕਮ ਹੈ, ਰਜ਼ਾ ਹੈ, ਵੀ ਗੁਰੂ ਸਾਹਿਬ ਹੁਣ ਮੰਨ ਲਓ ਜਿਹੜਾ ਅੰਮ੍ਰਿਤ ਛਕ ਲੈਂਦਾ, ਕਰਨਾ ਨਹੀਂ ਕਰਨਾ, ਉਹ ਗੁਰੂ ਸਾਹਿਬ ਦਾ ਪ੍ਰੇਮ ਹੈ। ਤੇ ਜਿਹੜਾ ਮਰਿਆਦਾ ਜਿਹਨੇ ਨਹੀਂ ਅੰਮ੍ਰਿਤ ਛਕਿਆ, ਉਹ ਆਪ ਮਾਰੇ ਜੋ ਮਰਜ਼ੀ ਖਾਂਦਾ ਪੀਂਦਾ, ਪਰ ਜਦੋਂ ਅੰਮ੍ਰਿਤ ਛਕ ਲੈਂਦਾ ਫਿਰ ਉਹਨੂੰ ਮਰਿਆਦਾ ਨਿਭਾਉਣੀ ਪੈਣੀ ਹੈ। ਤੇ ਮਰਿਆਦਾ ਵੀ ਪ੍ਰੇਮ ਵਾਲੇ ਨਿਭਾਉਂਦੇ ਹੈ। ਕਕਾਰ ਬੋਝ ਨਹੀਂ ਹੈ, ਕਕਾਰ ਪ੍ਰੇਮ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦਾ। ਜਿਨ੍ਹਾਂ ਦੇ ਅੰਦਰ ਪ੍ਰੇਮ ਨਹੀਂ, ਉਹ ਨਹੀਂ ਪਹਿਨ ਸਕਦੇ ਕਕਾਰ, ਉਹਨਾਂ ਨੂੰ ਬੋਝ ਲੱਗਦੇ ਹੈ। ਤੇ ਜਿਨ੍ਹਾਂ ਦੇ ਅੰਦਰ ਪ੍ਰੇਮ ਹੈ, ਉਹ ਅੱਜ 3-3 ਫੁੱਟੀਆਂ ਕਿਰਪਾਨਾਂ ਵੀ ਆਪਣੇ ਸਰੀਰ ਤੇ ਨਿਹੰਗ ਸਿੰਘਾਂ ਨੇ ਕਿੱਡੇ ਵੱਡੇ ਵੱਡੇ ਦੁਮਾਲੇ ਸਜਾਏ, ਉਹਨਾਂ ਦਾ ਪ੍ਰੇਮ ਹੈ ਅੰਦਰ। ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਖਸ਼ਿਸ਼ ਹੈ। ਉਹ ਆਪ ਉਧਰਾ ਜੀਵਨ ਨਹੀਂ ਜਿਉਂਦੇ, ਖਾਲਸਾ ਆਪ ਉਧਰਾ ਜੀਵਨ ਨਹੀਂ ਜਿਉਂਦਾ। ਉਹ ਤੇ ਰਹਿ ਨਹੀਂ ਰਹੇ ਸੋਈ ਸਿੱਖ ਮੇਰਾ, ਉਹ ਤੇ ਉਹਦੇ ਹੁਕਮ 'ਚ ਜਿਉਂਦਾ। ਜਿਵੇਂ ਪਤੀ ਆਪਣੇ ਪਤੀ ਦੇ ਉਹ ਜੋ ਕੁਝ ਉਹ ਕਮਾ ਕੇ ਲਿਆਉਂਦਾ, ਉਹਦੇ 'ਚ ਮੈਨੇਜ ਕਰਨਾ ਸਾਰਾ ਕੁਝ, ਉਹੋ ਜਿਹਾ ਪਹਿਨਣਾ ਖਾਣਾ। ਇਸ ਤਰ੍ਹਾਂ ਸਿੱਖ ਆਪਣੇ ਗੁਰੂ ਦੇ ਪਿਆਰ ਕਰਕੇ ਉਹ ਮਰਿਆਦਾ ਅਨੁਸਾਰ ਹੀ ਜੀਵਨ ਜਿਉਂਦਾ ਹੈ ਜੀ। ਜਾਂ ਸੋ ਦੇਖਣੇ ਆਪਣਾ, ਜਿਹੜੇ ਆਪਣੇ ਜਿਹੜੀਆਂ ਜੀਵ ਰੂਪੀ ਇਸਤਰੀਆਂ ਆਪਣੇ ਸ਼ੌਹ ਨੂੰ ਵੇਖਦੀ, ਸ਼ੌਹ ਦਾ ਅਰਥ ਵੀ ਇੱਥੇ ਪ੍ਰਮਾਤਮਾ ਹੀ ਹੈ, ਪਤੀ ਹੈ। ਨਾਨਕ ਥੇਵਨ ਪੇ ਹਰੇ, ਇੱਥੇ ਭੀ ਹਰੇ ਦੇ ਅਰਥ 2-3 ਤਰੀਕੇ ਨਾਲ ਕਰ ਸਕਦੇ ਆ। ਅਸਲ ਦੇ ਅੰਦਰ ਇਹਦਾ ਅਰਥ ਇਹ ਹੈ ਵੀ ਜਿਹੜੇ
ਜਾਂ ਸ਼ੌ ਦੇਖਣਾ ਆਪਣਾ, ਜਾਂ ਜਿੰਨੀ ਪਿਰੀ ਪਿਆਰ ਕਿਉਂ ਜੀਵਨ ਪਿਰ ਬਾਰੇ, ਉਹਨਾਂ ਦਾ ਜੀਵਨ ਪਿਰ ਤੋਂ ਬਾਹਰਾ ਨਹੀਂ ਹੈ। ਫਿਰ ਜਾਂ ਸ਼ੌ ਦੇਖਣ ਆਪਣਾ, ਨਾਨਕ ਥੀਮਣ ਪੀਰੇ, ਜਿਹੜੇ ਆਪਣੇ ਸ਼ੌ ਨੂੰ ਵੇਖਦੀਆਂ ਜੀਵ ਰੂਪ ਇਸਤਰੀਆਂ ਪਤੀ ਪਰਮਾਤਮਾ ਨਾਲ ਜੁੜੀਆਂ ਰਹਿੰਦੀਆਂ, ਅੰਦਰੋਂ ਹਰੀਆਂ ਭਰੀਆਂ, ਭਾਵ ਕੇ ਅੰਦਰ ਖੇੜਾ ਖੁਸ਼ੀ ਹੈ, ਪ੍ਰਸੰਨਤਾ ਹੈ। ਦਾਸ ਨੇ ਬਹੁਤ ਮੇਰੀ ਪੰਕਤੀਆਂ ਪੜੀਆਂ ਵੀ ਹਰ ਕਾ ਨਾਮ ਧਿਆਏ ਕਹਿ ਹੋ ਹਰਿਆ ਭਾਈ। ਵੇਖੋ ਜਿਸ ਘਰ ਦੇ ਅੰਦਰ ਜੀ ਹਜ਼ੂਰੀ ਹੈ ਨਾ, ਸਤ ਬਚਨ ਹੈ, ਖੁਸ਼ੀ ਵੀ ਉਸੇ ਘਰ ਦੇ ਅੰਦਰ ਤੁਹਾਨੂੰ ਮਿਲੇਗੀ। ਜਿੱਥੇ ਇੱਕ ਦੂਸਰੇ ਨੂੰ ਵੱਢ ਖਾਣ ਨੂੰ ਜੀ ਪੈਂਦੇ ਹੈ, ਸੱਸ ਤੇ ਨਹੁੰ ਦੀ ਆਪਸ ਵਿੱਚ ਨਹੀਂ ਬਣਦੀ, ਪਿਓ ਤੇ ਪੁੱਤ ਦੀ ਨਹੀਂ ਬਣਦੀ ਹੈ, ਭਰਾ ਨਾਲ ਭਰਾ ਨੇ ਦੀ ਨਹੀਂ ਬਣਦੀ ਹੈ, ਉੱਥੇ ਫਿਰ ਹਰਿਆ ਭਰਿਆ ਕਿੱਥੋਂ ਤੁਹਾਨੂੰ ਸਭ ਬਸੰਤ ਵਾਲਾ ਖੇੜਾ ਕਿੱਥੋਂ ਨਜ਼ਰ ਆਏਗਾ। ਉੱਥੇ ਤੇ ਫਿਰ ਸਾਡੇ ਬਜ਼ੁਰਗਾਂ ਨੇ ਕਿਹਾ ਕਲਾ ਕਲੰਦਰ ਵਸੇ ਘੜਿਓਂ ਪਾਣੀ ਨਸੇ, ਜਿੱਥੇ ਈਰਖਾ ਦਵੈਸ਼ ਭਾਵਨਾ ਕਲੇਸ਼ ਰਹਿੰਦਾ ਉੱਥੇ ਤੇ ਘੜੇ 'ਚ ਪਾਣੀ ਵੀ ਨਹੀਂ ਠਹਿਰਦਾ, ਉੱਥੇ ਸੱਚ ਕਿਵੇਂ ਠਹਿਰੇਗਾ, ਉੱਥੇ ਆਨੰਦ ਕਿਵੇਂ ਠਹਿਰੇਗਾ, ਉੱਥੇ ਖੁਸ਼ੀ ਕਿਵੇਂ ਠਹਿਰੇਗੀ। ਤੇ ਮਹਾਰਾਜ ਕਹਿੰਦੇ ਜਿਹੜੇ ਉਹਦੇ ਹੁਕਮ 'ਚ ਚੱਲਦੇ ਹੋ ਅੰਦਰੋਂ ਹਰੇ ਭਰੇ ਹੋ ਜਾਂਦੇ ਆ। ਜਾਂ ਸ਼ੌ ਦੇਖਣ ਆਪਣਾ, ਜਿਹੜੇ ਉਹਨੂੰ ਸਦਾ ਹੀ ਹਾਜ਼ਰ ਨਾਜ਼ਰ ਦੇਖਦੇ ਆ। ਗੁਰਮੁਖੋ ਰੱਬ ਤੇ ਗੁਰੂ ਨੂੰ ਹਾਜ਼ਰ ਨਾਜ਼ਰ ਸਮਝੀਏ ਨਾ, ਤੇ ਭੈ 'ਚ ਜੀਵਨ ਜਿਉਵਾਂਗੇ। ਜਿੱਦਣ ਮਨੁੱਖ ਰੱਬ ਤੇ ਗੁਰੂ ਤੋਂ ਬੇਪਰਵਾਹ ਹੋ ਜਾਂਦੇ, ਉਦੋਂ ਫਿਰ ਆਪ ਉਧਰਾ ਜੀਵਨ ਜਿਉਂਦਾ ਹੈ। ਕਹਿੰਦਾ ਆਪਾਂ ਨੂੰ ਕਿਹੜਾ ਰੱਬ ਵੇਖਦਾ, ਆਪਾਂ ਨੂੰ ਕਿਹੜਾ ਗੁਰੂ ਵੇਖਦਾ। ਤੇ ਜਿੰਨੇ ਪੜ੍ਹ ਸੁਣ ਲਿਆ ਵੀ ਸਾਧ ਸੁਣਦਾ ਸਾਧ ਵੇਖਦਾ ਕਿਉਂ ਮੁਕਰ ਪਿਆ, ਜੇ ਕਿਵੇਂ ਮੁਕਰਾਂਗਾ ਉਹ ਤੇ ਸਦਾ ਹੀ ਮੈਨੂੰ ਸੁਣਦਾ ਹੈ, ਉਹ ਸਦਾ ਹੀ ਵੇਖਦਾ ਹੈ, ਉਹ ਫਿਰ ਹਰੇ ਭਰੇ ਰਹਿੰਦੇ, ਭਾਵ ਕੇ ਆਨੰਦ 'ਚ ਹਨ। ਜਿਨ੍ਹਾਂ ਗੁਰਮੁਖਾਂ ਦੇ ਅੰਦਰ ਨੇਹੋ ਪਿਆਰ ਹੈ ਜੀ, ਮਹਾਰਾਜ ਕਹਿੰਦੇ ਪ੍ਰੇਮ ਵੀ ਸੱਚਾ ਪ੍ਰੀਤਮ ਹੀ ਲਾਉਂਦਾ ਹੈ। ਕਿਸੇ ਦੇ ਅੰਦਰ ਉਹਨੇ ਗੁਰੂ ਤੇ ਰੱਬ ਪ੍ਰਤੀ ਪਿਆਰ ਪੈਦਾ ਕਰ ਦਿੱਤਾ ਹੈ, ਇਹ ਪ੍ਰਮਾਤਮਾ ਦੀ ਬਖਸ਼ਿਸ਼ ਹੈ, ਇਹ ਆਪਣੀ ਮਰਜ਼ੀ ਨਾਲ ਨਹੀਂ ਹੈ। ਉਹ ਫਿਰ ਕਹਿੰਦੇ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਉਹ ਪ੍ਰੀਤ ਉਹ ਪ੍ਰੇਮ। ਕਈ ਵਾਰੀ ਨਾ ਤੁਹਾਨੂੰ ਇਹੋ ਜਿਹੇ ਪਰਿਵਾਰ ਮਿਲਣਗੇ ਜਿਹੜੇ ਬਿਲਕੁਲ ਨਾਸਤਿਕ ਸਨ, ਉਹਨਾਂ ਦੇ ਵਿੱਚੋਂ ਇਹੋ ਜਿਹਾ ਕੋਈ ਗੁਰਮੁਖ ਪਿਆਰਾ ਨਿਕਲ ਆਉਂਦਾ ਹੈ, ਉਹ ਆਪਣੇ ਗੁਰੂ ਤੋਂ ਬਗੈਰ ਜੀਵਨ ਹੀ ਨਹੀਂ ਜੋ ਸਕਦਾ। ਦਾਸ ਨੇ ਅੱਗੇ ਇੱਕ ਵਾਰੀ ਬੇਨਤੀ ਕੀਤੀ ਸੀ, ਇੱਕ ਪਰਿਵਾਰ ਉਹ ਬੜਾ ਗੁਰਮੁਖ ਹੈ ਤੇ ਉਹਨਾਂ ਦਾ ਇੱਕ ਬੱਚਾ ਹੈ, ਉਹ ਪਹਿਲਾਂ ਸਕੂਲ ਜਾਂਦੇ ਫਿਰ ਕਾਲਜ 'ਚ ਜਾਂਦੇ, ਸੰਗ ਥੋੜਾ ਜਿਹਾ ਉਹਨਾਂ ਨਾਲ ਹੋ ਜਾਂਦਾ, ਜਿਹੜੇ ਬੱਚੇ ਕੇਸ ਕਤਲ ਕਰਾਉਂਦੇ ਸਨ। ਉਹ ਬੱਚੇ ਨੂੰ ਸਾਰਾ ਕੁਝ ਪਤਾ ਹੈ ਵੀ ਘਰੋਂ ਉਹਨੇ ਸੁਣਿਆ ਵੀ ਸਾਹਿਬਜ਼ਾਦੇ ਨੀਹਾਂ 'ਚ ਚਿਣ ਦਿੱਤੇ ਸਨ, ਭਾਈ ਤਾਰੂ ਸਿੰਘ ਦੀ ਖੋਪਰੀ ਕੇਸਾਂ ਕਰਕੇ ਲੱਥੀ ਹੈ, ਭਾਈ ਮਣੀ ਸਿੰਘ ਦਾ ਬੰਦ ਕੱਟਿਆ ਗਿਆ, ਸ਼ਹਬਾਜ਼ ਸਿੰਘ ਸ਼ਬੇਗ ਸਿੰਘ ਨੂੰ ਚਰਖੜੀ ਤੇ ਚੜਾਇਆ ਗਿਆ, ਸਾਰਾ ਕੁਝ ਮਾਂ ਪਿਓ ਦਾਦਾ ਦਾਦੀ ਜੀ ਨੂੰ ਸੁਣਿਆ। ਪਰ ਉਹ ਸੰਗਤ ਜਿਹੜੀ ਹੈ ਨਾ ਉਹ ਠੀਕ ਨਹੀਂ। ਸੰਗਤ ਸਾਨੂੰ ਚੰਗਿਆਂ ਦੀ ਕਰਨੀ ਚਾਹੀਦੀ ਹੈ। ਆਪ ਜੀ ਕਿਤੇ ਬੱਸ ਤੇ ਸਫ਼ਰ ਕਰਦੇ ਹੋ ਨਾ, ਉੱਥੇ ਉਹਨਾਂ ਲਿਖਿਆ ਹੁੰਦਾ ਵੀ 1 2 3 ਸੀਟ ਤੇ ਸੌਣਾ ਮਨਾ ਹੈ। ਕਿਉਂ ਲਿਖਿਆ ਹੁੰਦਾ ਹੈ? ਕਹਿੰਦੇ ਵੀ ਸੁੱਤਿਆਂ ਦਾ ਸੰਗ ਹੋ ਗਿਆ ਨਾ ਡਰਾਈਵਰ ਨੂੰ ਤੇ ਇਹਨੇ ਵੀ ਸੌ ਜਾਣਾ। ਉਹ ਸੰਗ ਦਾ ਉਪਦੇਸ਼ ਹੁੰਦਾ ਹੈ ਵੀ ਜੇ ਇਹ ਸੌ ਗਏ ਨਾ ਨਾਲ ਦੇ ਤੇ ਡਰਾਈਵਰ ਵੀ ਨਹੀਂ ਰਹੇਗਾ, ਤੇ ਜੇ ਸੁੱਤਿਆਂ ਦੀ ਸੰਗਤ 'ਚ ਜਾਗਦਾ ਵੀ ਸੌ ਸਕਦਾ ਤੇ ਜਾਗਦੇ ਦੀ ਸੰਗਤ 'ਚ ਸੁੱਤੇ ਵੀ ਉੱਠ ਸਕਦੇ ਆ। ਸੰਗਤ ਚੰਗੇ ਦੀ ਕਰਨੀ ਚਾਹੀਦੀ ਹੈ। ਉਹ ਸੰਗਤ ਹੋ ਗਈ ਜਿਹੜੇ ਬੱਚੇ ਕੇਸ ਕਤਲ ਕਰਾਉਂਦੇ ਸਨ, ਤੇ ਇੱਕ ਦਿਨ ਬੱਚਾ ਗਿਆ ਇੰਨਾ ਕੁ ਉਹਨਾਂ ਤੋਂ ਪ੍ਰਭਾਵਿਤ ਹੋ ਗਿਆ ਵੀ ਉਹ ਕਹਿੰਦੇ ਰਹਿੰਦੇ ਤੂੰ ਦਸਤਾਰ ਸਜਾਉਣਾ ਟਾਈਮ ਲੱਗਦਾ ਆ, ਵੇਖ ਸਾਸੀ ਬੋਦੇ ਬੋਹਦੇ ਸਨ। ਉਹ ਬੱਚੇ ਨੇ ਕੇਸ ਕਤਲ ਕਰਵਾਤੇ ਸੀ। ਜਦੋਂ ਕੇਸ ਕਤਲ ਕਰਵਾਤੇ ਸ਼ਾਮ ਨੂੰ ਦੂਜੇ ਤੇ ਹੁਣ ਭੱਜ ਗਏ। ਉਹਨੂੰ ਪਤਾ ਸੀ ਵੀ ਇਹ ਤੇ ਇਹਨਾਂ ਦਾ ਪਰਿਵਾਰ ਬੜੀ ਚੜ੍ਹਦੀ ਕਲਾ, ਇਹਨੂੰ ਤੇ ਡਾਂਟ ਪੈਣੀ, ਇਹਨੂੰ ਤੇ ਘਰੋਂ ਕੁੱਟ ਮਾਰ ਪਏਗੀ। ਉਹ ਦੂਸਰੇ ਬਿਪਤ ਭਰੀ ਸਭ ਹੀ ਸੰਗ ਛਾੜ ਤੂੰ ਕੋ ਨਾ ਆਵਤ, ਫਿਰ ਗੱਲੀ ਸੋ ਸੱਜਣ 20 ਇੱਕ ਢੁਢੇਂਦੀ, ਬੁਰੇ ਪਾਸੇ ਤੋਰਨ ਵਾਲਿਆਂ ਨੇ ਤੋਰ ਤੇ ਦਿੱਤਾ ਪਰ ਹੁਣ ਸਾਥ ਛੱਡ ਗਏ। ਉਹ ਬੱਚਾ ਘਰੇ ਆਇਆ ਤੇ ਜਦੋਂ ਉਹਨੇ ਦਰਵਾਜ਼ਾ ਤੇ ਉਹ ਬੱਚੇ ਦੇ ਕੇਸ ਨੇ, ਮਾਂ ਨੇ ਕਿਹਾ ਵੀ ਕੌਣ ਹੈ ਤੂੰ? ਪਹਿਲਾਂ ਸਿਰ ਆਪਣਾ ਢੱਕ, ਸਾਡੇ ਘਰੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਘਰੇ ਪ੍ਰਕਾਸ਼ ਹੈ ਗੁਰੂ ਗ੍ਰੰਥ ਸਾਹਿਬ ਦਾ। ਉਹ ਬੱਚਾ ਸਿਰ ਜਿਹਾ ਨੀਵਾਂ ਕਰਕੇ ਅੰਦਰ ਲੰਘਣ ਲੱਗਾ, ਉਹ ਮਾਂ ਨੇ ਬਾਂਹ ਤੋਂ ਪਕੜ ਲਿਆ, ਕਹਿਣ ਲੱਗੀ ਵੀ ਤੈਨੂੰ ਕਿਹਾ ਵੀ ਸਾਡੇ ਘਰੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼। ਪਹਿਲਾਂ ਕਹਿੰਦਾ ਤੁਹਾਡਾ ਹੀ ਤੇ ਪੁੱਤ ਹੈ। ਜਦੋਂ ਨੇ ਆਵਾਜ਼ ਸੁਣੀ ਮਾਂ ਦੀ ਧਾਰ ਨਿਕਲ ਗਈ, ਰੋਹ ਵੀ। ਕਹਿੰਦੀ ਤੂੰ ਕੇਸ ਤੇਰਾ ਜੂੜਾ ਕਿੱਥੇ ਹੈ, ਤੇਰੀ ਦਸਤਾਰ ਕਿੱਥੇ ਹੈ? ਕਹਿੰਦਾ ਉਹ ਮੈਂ ਕੇਸ ਕਤਲ ਕਰਵਾ ਦਿੱਤੇ। ਤੇ ਬਾਂਹ ਤੋਂ ਫੜ ਕੇ ਬਾਹਰ ਧੱਕਾ ਲਾ ਕੇ ਕੱਢਦਾ ਆਪਣੇ ਪੁੱਤਰ ਨੂੰ, ਕਹਿਣ ਲੱਗੀ ਜੇ ਗੁਰੂ ਦਾ ਨਹੀਂ ਰਿਹਾ ਫਿਰ ਸਾਡਾ ਵੀ ਨਹੀਂ ਹੈ, ਬਾਹਰ ਨਿਕਲੇ, ਘਰ ਗੁਰੂ ਘਰ ਹੈ।
ਘਰ ਕਰਨੇ ਹੈ। ਜੇ ਤੂੰ ਗੁਰੂ ਦਾ ਜਿਹਦੇ ਤੋਂ ਮੰਗ ਕੇ ਤੈਨੂੰ ਲਿਆ ਸੀ ਉਹਦਾ ਹੀ ਨਹੀਂ ਰਿਹਾ ਤਾਂ ਸਾਡਾ ਵੀ ਤੂੰ ਕੀ ਉਹ ਫਿਰ ਕਹਿੰਦਾ ਨਹੀਂ ਮੈਂ ਘਰੇ, ਉਹ ਭੈਣ ਆ ਜਾਂਦੀ ਹੈ, ਉਹਨੂੰ ਕਹਿੰਦਾ ਤੂੰ ਮਾਂ ਨੂੰ ਸਮਝਾ ਵੀ ਮੈਂ ਘਰੇ, ਉਹ ਕਹਿੰਦੀ ਵੀ ਮੈਂ ਤੇ ਮੇਰਾ ਤੇ ਵੀਰ ਦਸਤਾਰ ਸਜਾਉਂਦਾ ਹੈ, ਮੈਂ ਤੇ ਸਵੇਰੇ ਦਸਤਾਰ ਸਿੱਧੀ ਕਰਾਈ ਸੀ ਉਹਦੇ ਨਾਲ, ਤੂੰ ਮੇਰਾ ਵੀਰ ਨਹੀਂ ਹੋ ਸਕਦਾ, ਜਿਹਦੀ ਦਸਤਾਰ ਨਹੀਂ ਉਹ ਮੇਰਾ ਵੀਰ ਵੀ ਨਹੀਂ ਹੋ ਸਕਦਾ। ਦਾਦੀ ਦਾਦੇ ਨੇ ਵੀ ਜਵਾਬ ਦੇ ਦਿੱਤਾ। ਉਹ ਬੱਚੇ ਦੇ ਮਨ ਤੇ ਬੜੀ ਕਹਿੰਦਾ ਮੇਰੇ ਤੋਂ ਬਹੁਤ ਵੱਡੀ ਭੁੱਲ ਹੋਈ ਹੈ। ਉਹ ਫਿਰ ਅੰਮ੍ਰਿਤਸਰ ਚਲਾ ਜਾਂਦਾ ਹੈ ਜੀ, ਗੁਰੂ ਰਾਮਦਾਸ ਜੀ ਦੀ ਨਗਰੀ 'ਚ। ਉੱਥੇ ਜਾ ਕੇ ਰੋਂਦਾ ਹੈ ਵੀ ਸਾਰਾ ਇਤਿਹਾਸ ਚੇਤੇ ਹੁੰਦਾ ਹੈ ਵੀ ਇੰਨਾ ਵੱਡਾ ਸਾਡਾ ਇਤਿਹਾਸ ਹੈ, ਮੇਰੇ ਤੋਂ ਬਹੁਤ ਵੱਡੀ ਭੁੱਲ ਹੋਈ। ਉੱਥੇ ਫਿਰ ਇੱਕ ਨਿਹੰਗ ਸਿੰਘ ਇਹਨੂੰ ਰੋਂਦੇ ਨੂੰ ਆਣ ਕੇ ਦਿਲਾਸਾ ਦਿੰਦਾ ਹੈ, ਇਹਨੂੰ ਦੱਸਦਾ ਹੈ ਵੀ ਮੈਂ ਕਹਿੰਦਾ ਕੋਈ ਨਹੀਂ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਆਇਆ ਤੇ ਗੁਰੂ ਸਾਹਿਬ ਕਿਰਪਾ ਕਰਨਗੇ। ਉਹ ਇੱਕ ਨਾ ਸਤੂ ਵਾਲੀ ਗਲੀ ਆ ਅੰਮ੍ਰਿਤਸਰ, ਉੱਥੇ ਵਿਦਿਆਲਾ ਹੈ ਜਿੱਥੇ ਯਤੀਮ ਬੱਚੇ ਸਿੱਖਦੇ, ਬਹੁਤ ਹਰਿਮੰਦਰ ਸਾਹਿਬ ਦੇ ਰਾਗੀ ਨੇ ਜਿਨ੍ਹਾਂ ਨੇ ਉੱਥੋਂ ਹੀ ਕੀਰਤਨ ਸਿੱਖਿਆ ਹੋਇਆ ਹੈ। ਉਹ ਨਿਹੰਗ ਸਿੰਘ ਉੱਥੇ ਜਾਣ ਪਛਾਣ ਸੀ, ਉੱਥੇ ਛੱਡ ਦਿੰਦੇ, ਕਹਿੰਦਾ ਇੱਥੇ ਤੂੰ ਕੀਰਤਨ ਸਿੱਖ, ਕਥਾ ਸਿੱਖ। ਉਹਨੂੰ ਜੇਬ 'ਚੋਂ ਪੈਸੇ ਵੀ ਦਿੰਦਾ ਵੀ ਲੋੜ ਹੋਈ ਤੇ ਮੈਂ ਤੇਰੀ ਮਦਦ ਕਰਾਂਗਾ। ਉਹ ਲੰਘ ਜਾਂਦੇ ਜੀ 2-3 ਸਾਲ। ਉਹ ਘਰੇ ਕਹਿੰਦਾ ਘਰੇ ਨਹੀਂ ਜਾਣਾ, ਮੈਨੂੰ ਨਾਲ ਲੈ ਕੇ ਜਾਣਾ, ਨਿਹੰਗ ਸਿੰਘ ਕਹਿ ਕੇ ਗਿਆ। 2-3 ਸਾਲਾਂ ਬਾਅਦ ਉਹਨੇ ਕੀਰਤਨ ਵੀ ਸਿੱਖ ਲਿਆ, ਸ਼ਬਦ ਦੀ ਵਿਚਾਰ ਵੀ ਸਿੱਖ ਲਈ, ਹੁਕਮਨਾਮਾ ਸਾਹਿਬ ਲੈ ਲੈਂਦਾ, ਅਰਦਾਸ ਕਰ ਲੈਂਦਾ। ਉਹ ਫਿਰ ਨਿਹੰਗ ਸਿੰਘ ਇੱਕ ਵਾਰੀ ਆ ਕਹਿੰਦਾ ਚੱਲ ਬੇਟਾ ਤੈਨੂੰ ਤੇਰੇ ਘਰੇ ਛੱਡ ਕੇ ਆਉਣੇ ਆ, ਜਿੱਥੋਂ ਵਿਛੜਿਆ ਸੋ ਉਹਦੇ ਨਾਲ ਹੀ ਜੋੜਨਾ ਹੈ। ਉਹ ਜਦੋਂ ਆਏ ਤੇ ਉਹ ਨਿਹੰਗ ਸਿੰਘ ਨੇ ਦਰਵਾਜ਼ਾ ਖੜਕਾਇਆ। ਉਹ ਮਾਂ ਫਿਰ ਲੜਕੇ ਦੀ ਬਾਤ ਆਈ, ਕਹਿਣ ਲੱਗੀ ਹਾਂਜੀ। ਪਹਿਲਾਂ ਉਹਨੇ ਫਤਿਹ ਬੁਲਾਈ। ਨਿਹੰਗ ਸਿੰਘ ਵੇਖ ਕੇ ਉਹ ਨਿਹੰਗ ਸਿੰਘ ਕਹਿੰਦਾ ਜੀ ਤੁਹਾਡਾ ਕੁਝ ਗੁੰਮ ਹੋ ਗਿਆ ਸੀ। ਕਹਿੰਦੀ ਜੀ ਨਹੀਂ ਸਾਡਾ ਕੁਝ ਨਹੀਂ। ਕਹਿੰਦਾ ਨਹੀਂ 2 ਚੀਜ਼ਾਂ। ਉਹ ਕਹਿੰਦੀ ਨਹੀਂ ਜੀ ਸਿੰਘ ਸਾਹਿਬ ਤੁਹਾਨੂੰ ਕੋਈ ਭੁਲੇਖਾ ਪੈ ਗਿਆ, ਕੁਝ ਨਹੀਂ। ਕਹਿੰਦਾ ਇੱਕ ਤੁਹਾਡਾ ਬੱਚਾ ਗੁੰਮ ਹੋਇਆ ਤੇ ਇੱਕ ਸਿੱਖੀ ਤੁਹਾਡੇ ਕੋਲੋਂ ਇੱਕ ਵਾਰੀ ਚਲੀ ਗਈ ਸੀ। ਉਹ ਫਿਰ ਚੇਤਾ, ਹਾਂ ਕਹਿੰਦੀ ਬੱਚਾ 3 ਸਾਲ ਹੋ ਗਏ ਉਹ ਤੇ 3 ਸਾਲ। ਉਹ ਫਿਰ ਪਿੱਛੇ ਖੜਾ ਸੀ ਨਿਹੰਗ ਸਿੰਘ ਦੇ, ਉਹਨੇ ਬਾਂਹ ਫੜ ਕੇ ਅੱਗੇ ਲਿਆਂਦਾ। ਕਹਿੰਦੇ ਪਛਾਣੋ ਤੁਹਾਡਾ ਇਹੀ ਬੱਚਾ ਹੈ, ਹੁਣ ਤੇ ਦਾੜਾ ਪ੍ਰਕਾਸ਼ ਹੈ, ਹੁਣ ਤੇ ਦੁਮਾਲਾ ਸਜਾਇਆ ਹੋਇਆ ਹੈ, ਹੁਣ ਤੇ ਬੜਾ ਗੁਰੂ ਗੋਬਿੰਦ ਸਿੰਘ ਸਾਹਿਬ ਵਾਲਾ ਖਾਲਸਾ ਮੇਰੂ ਰੂਪ ਹੈ ਖਾਸ ਵਾਲੇ। ਬਖਸ਼ਿਸ਼ ਮਾਂ ਦੀਆਂ ਅੱਖਾਂ ਭਰ ਆਈਆਂ, ਘੁੱਟ ਕੇ ਗੱਲ ਨਾ ਲਾਇਆ, ਬੱਚਾ ਰੂਪਿਆ। ਭੂਲੇ ਮਾਰਗ ਜਿਨਹਿ ਬਤਾਇਆ ਐਸਾ ਗੁਰ ਵੱਡ ਭਾਗ। ਭੂਲੇ ਸਿੱਖ ਗੁਰੂ ਸਮਝਾਏ ਉਜੜ ਜਾਂਦੇ, ਮਾਰਗ ਪਾਏ ਮਾਂ ਨੇ ਗੱਲ ਨਾ ਲਾਇਆ। ਆਵਾਜ਼ ਮਾਰੀ ਭੈਣ ਆਈ, ਦਾਦਾ ਦਾਦੀ ਜੀ ਆਏ, ਬੜੇ ਖੁਸ਼ ਹੋਏ ਸਾਡਾ ਪੁੱਤ ਤੇ ਸਿੱਖੀ ਵਾਪਸ ਆ ਗਈ। ਤੇ ਉਹ ਮਾਂ ਨਿਹੰਗ ਸਿੰਘ ਦਾ ਸ਼ੁਕਰਾਨਾ ਕਰਦੀ ਹੈ ਵੀ ਮੈਨੂੰ ਐਂ ਲੱਗ ਰਿਹਾ ਤੁਸੀਂ ਕੋਈ ਆਮ ਇਨਸਾਨ ਨੇ, ਮੇਰਾ ਪੁੱਤ ਤੇ ਸਿੱਖੀ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਸਾਡੇ ਘਰੇ ਮੋੜਨ ਵਾਸਤੇ ਆਏ ਹੈ, ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਰੂਪ ਹੋ। ਫਿਰ ਨਿਹੰਗ ਸਿੰਘ ਵੀ ਬੜਾ ਖੁਸ਼, ਕਹਿਣ ਲੱਗਾ ਤੁਹਾਡੇ ਬੱਚੇ ਨੂੰ ਹੁਣ ਕੀਰਤਨ ਵੀ ਆਉਂਦਾ ਹੈ, ਤੁਹਾਡੇ ਬੱਚਾ ਕਥਾ ਵੀ ਕਰ ਲੈਂਦਾ ਹੈ। ਉਹਨਾਂ ਦੇ ਘਰੇ ਪ੍ਰਕਾਸ਼ ਸੀ, ਦੇਗ ਤਿਆਰ ਕੀਤੀ, ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰਾਨਾ ਔਰ ਅਰਦਾਸ ਕੀਤੀ, ਮਹਾਰਾਜ ਇਹਨੂੰ ਬਖਸ਼ੋ, ਆਪਣੇ ਚਰਨਾਂ ਨਾਲ ਜੋੜੋ। ਉਹ ਫਿਰ ਕਹਿਣ ਦਾ ਭਾਵ ਹੈ ਜਿਨ੍ਹਾਂ ਗੁਰਮੁਖ ਅੰਦਰ ਨੇਉ ਤੇ ਪ੍ਰੀਤਮ ਸੱਚੇ ਲਾਇਆ, ਉਹ ਰਾਤੀ ਅਤੇ ਡੇਹੋ ਨਾਨਕ ਪ੍ਰੇਮ ਸਮਾਇਆ। ਉਹ ਫਿਰ ਦਿਨ ਰਾਤ ਉਹਦੇ ਵਿੱਚ ਸਮਾਏ ਰਹਿੰਦੇ ਨੇ, ਉਹਨਾਂ ਦੇ ਅੰਦਰ ਆਨੰਦ ਉਹਨਾਂ ਨੂੰ ਮਿਲਦੇ। ਇਹ ਨੇ ਰੱਬ ਲਾਉਂਦਾ ਜੀ, ਉਹ ਸੱਚੇ ਪ੍ਰੀਤਮ ਨੇ ਲਾਇਆ। ਫਿਰ ਰਾਤੀ ਅਤੇ ਡੇ ਰਾਤ ਤੇ ਦਿਨ ਨਾਨਕ ਪ੍ਰੇਮ ਸਮਾਇਆ, ਉਹ ਪ੍ਰੇਮ ਦੇ ਵਿੱਚ ਸਮਾਏ ਰਹਿੰਦੇ ਆ। ਪ੍ਰੇਮ ਕਿਸੇ ਨੂੰ ਮੰਨ ਲਓ ਵੀ ਆਪਾਂ ਕਿਸੇ ਨੂੰ ਵੈਸੇ ਮੈਂ ਜਾ ਕੇ ਕਹਿੰਦਾ ਜੁੜੋ ਜੁੜੋ ਜੁੜੋ, ਅਸਲ ਦੇ ਵਿੱਚ ਉਹਨੂੰ ਗੁਰਦੁਆਰੇ ਲਿਆਉਣ ਦੀ ਲੋੜ ਹੁੰਦੀ, ਜਿਹਨੂੰ ਅਸੀਂ ਜੋੜਦਾ। ਉਹਨੂੰ ਪ੍ਰੇਰੋ ਚੱਲ ਵੀ ਮੇਰੇ ਨਾਲ ਚੱਲਿਆ ਕਰ, ਪਹਿਲਾਂ ਇਹਨਾਂ ਕੋਲ ਵੀ ਤੂੰ ਪਹਿਲੇ ਦਿਨ ਆਇਆ ਅੰਮ੍ਰਿਤ ਛਕ, ਪਹਿਲਾਂ ਉਹਨੂੰ ਫਿਰ ਇੱਥੇ ਪ੍ਰੇਮ ਬਣੇਗਾ ਜਦੋਂ ਆਏਗਾ। ਆਪਾਂ ਕਿਸੇ ਨੂੰ ਨਹੀਂ ਮਿਲਦੇ, ਕਿਸੇ ਨਾਲ ਕੋਈ ਜਾਣ ਪਛਾਣ ਨਹੀਂ, ਇੱਕ ਵਾਰੀ 4 ਗੱਲਾਂ ਉਹਦੇ ਨਾਲ ਕਰ ਲਓ, ਤੁਹਾਡਾ ਇੰਨਾ ਪ੍ਰੇਮ ਪੈ ਜਾਏਗਾ, ਲੰਘਦਾ ਟੱਪਦਾ ਤੁਹਾਨੂੰ ਮਿਲਣ ਜਾਓਗੇ ਜਾਂ ਤੁਹਾਨੂੰ ਮਿਲਣ ਆਏਗਾ ਉਹ। ਜੇ ਅਸੀਂ ਨਹੀਂ ਸੀ ਮਿਲੇ, ਪ੍ਰੇਮ ਵੀ ਨਹੀਂ ਸੀ ਕਿਸੇ ਨਾਲ ਮਿਲੇ ਹੈ, ਉਹਦੀ ਵਿਚਾਰ ਚੰਗੀ ਲੱਗੀ, ਗੁਰੂ ਸਾਹਿਬ ਕੋਲ ਇੱਕ ਵਾਰੀ ਕਿਸੇ ਸਰੀਰਾਂ ਨੂੰ ਲੈ ਜਾਓ, ਗੁਰੂ ਪ੍ਰੇਮ ਹੀ ਇੰਨਾ ਕਰ ਦੋ, ਫਿਰ ਪ੍ਰੇਮ ਪੈਦਾ ਕਰ ਦਿੰਦੋ, ਫਿਰ ਕਦੇ ਵਿਛੜਦਾ ਹੀ ਨਹੀਂ ਗੁਰੂ ਸਾਹਿਬ ਦੇ ਨਾਲੋਂ, ਫਿਰ ਆਪੇ ਪੂਰਨ ਤੌਰ ਤੇ ਇੱਕ ਦਿਨ ਜੁੜ ਜਾਂਦਾ ਹੈ। ਬਸ ਇਹ ਇੰਨੀ ਹਿੰਮਤ ਕਰਨੀ, ਕਿਸੇ ਨੂੰ ਲੈ ਕੇ ਆਉਣਾ ਗੁਰਦੁਆਰੇ, ਚਲੋ ਭਾਈ ਇੱਕ ਵਾਰੀ ਜ਼ਰੂਰ ਦਰਸ਼ਨ ਕਰੋ, ਚਲੋ। ਫਿਰ ਗੁਰੂ ਇੰਨਾ ਕਾਏ ਨਾਲ ਪ੍ਰੇਮ ਕਰਦਾ, ਫਿਰ ਉਹ ਜਿਹੜਾ ਆਉਂਦੇ ਫਿਰ ਗੁਰੂ ਸਾਹਿਬ ਨਾਲੋਂ ਕਦੇ ਵਿਛੜਦਾ ਨਹੀਂ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਸਮੂਹ ਸੰਗਤ ਦਾ ਧੰਨਵਾਦ ਜੀ।